ਵਾਹਿਗੁਰੂ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ, ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸ਼ਕ, ਬਿਘਨ ਨ ਕੇ ਨਾਸ਼ਕ। ਸ਼੍ਰੀ ਹਰਿਗੋਬਿੰਦ ਸੁਭ ਸੁਮਤਿ ਪ੍ਰਕਾਸ਼ਿ। ਸ਼੍ਰੀ ਹਰਿ ਰਾਇ ਨਾਮੋ ਕਾਰ ਜੋਰੀ, ਨਾਮੋ ਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲ, ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਸਤਿਗੁਰ ਦੇ ਬਾਜ ਕੋ ਸੌਂਪਿਓ ਨੀਰ। ਸ਼ਿਕਾਰ ਖਾਨ ਪਾਨ ਕਰਕੇ ਭਲੇ, ਵਿਸਰਾਮੇ ਸੁਖ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਇਕਮਾਲ ਵਾਲੀ ਕੁਲ ਆਲਮ, ਪਤਿਤ ਪਾਵਨ ਭਗਤ ਵਸ਼ਲ, ਗਿਆਨ ਦੇ ਮੁਜੱਸਮੇ, ਕਲਯੁਗੀ ਜੀਵਾਂ ਨੂੰ ਤਾਰਨਹਾਰੇ, ਜਗਤ ਗੁਰੂ, ਸ਼ਬਦ ਗੁਰੂ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿੰਨਾਂ ਦੀ ਪਵਿੱਤਰ ਹਜ਼ੂਰੀ ਅੰਦਰ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿ ਥੇ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਦਾਤਾ ਬੰਦੀ ਛੋੜ ਮੀਰੀ ਪੀਰੀ ਦੇ ਮਾਲਕ ਸੰਤ ਸਿਪਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਇਹਨਾਂ ਦੇ ਚਰਨ ਛੋਹ ਵਸਾਏ ਹੋਏ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ। ਔਰ ਆਪਾਂ ਸਭ ਤੋਂ ਪਹਿਲਾਂ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕਰਕੇ ਲੜੀਵਾਰ ਗੁਰ ਇਤਿਹਾਸ ਗੁਰੂ ਜੀਵਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ। ਸਮਾਂ ਹੋ ਚੁੱਕਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਜੋ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਉਸ ਨਾਲ ਜੁੜੀਏ। ਪਿਛਲੇ ਦੀਵਾਨਾਂ ਦੇ ਵਿੱਚ ਆਪ ਸਮੂਹ ਸੰਗਤ ਨੇ ਇਤਿਹਾਸ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਇਹ ਬਚਨ ਸਰਵਣ ਕੀਤੇ ਹਨ ਕਿ ਮਾਲਵੇ ਦੀ ਧਰਤੀ ਤੋਂ ਸ਼੍ਰੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਜੀਵਨ ਦਾ ਤੀਸਰਾ ਵੱਡਾ ਜੰਗ ਜਿੱਤ ਕੇ ਮਾਝੇ ਵਾਲੇ ਪਾਸੇ ਨੂੰ ਚੱਲ ਰਹੇ ਹਨ, ਆ ਰਹੇ ਹਨ। ਨਗਰਾਂ ਦੇ ਵਿੱਚ ਜਿਹੜੇ ਸਤਿਗੁਰਾਂ ਨੂੰ ਯਾਦ ਕਰਦੇ ਹਨ ਉਹਨਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਹੋਏ ਬੇਅੰਤ ਤਰ੍ਹਾਂ ਦੀਆਂ ਰਹਿਮਤਾਂ ਵੰਡਦੇ ਹੋਏ ਪਾਤਸ਼ਾਹ ਜੀ ਆ ਰਹੇ ਹਨ। ਤੇ ਇੱਕ ਨਗਰ ਆਇਆ ਹੈ ਗੁੱਜਰਵਾਲ, ਜਿੱਥੇ ਦਾ ਪ੍ਰਸੰਗ ਤੁਸੀਂ ਕੱਲ੍ਹ ਸਰਵਣ ਕੀਤਾ ਹੈ। ਉੱਥੋਂ ਦਾ ਇੱਕ ਸਿੱਖ ਸੀਗਾ ਜਿਹਦਾ ਇਤਿਹਾਸ ਦੇ ਵਿੱਚ ਨਾਮ ਆਇਆ ਹੈ ਭਾਈ ਫਤੂਹੀ ਜੀ। ਜ਼ਿਮੀਂਦਾਰ ਹੈ ਔਰ ਇਹਦੇ ਕੋਲ ਇੱਕ ਬਾਜ ਸੀਗਾ। ਗੁਰੂ ਕੇ ਚਰਨਾਂ ਦੇ ਵਿੱਚ ਜਦੋਂ ਸਤਿਗੁਰੂ ਜੀ ਇੱਥੇ ਪਹੁੰਚੇ ਤੇ ਇਹ ਆਇਆ ਹੈ ਤੇ ਇਹਦੇ ਕੋਲ ਇੱਕ ਬਾਜ ਹੈ। ਪਾਤਸ਼ਾਹ ਜੀ ਨੇ ਵੀ ਦੇਖਿਆ ਤੇ ਇਹਨੇ ਵੀ ਆਪਣੇ ਬਾਜ ਦੀ ਬੜੀ ਉਸਤਤ ਕੀਤੀ ਹੈ। ਜਦੋਂ ਉਸਤਤ ਕੀਤੀ ਹੈ ਆਪਣੇ ਕੋਲ ਰੱਖੇ ਹੋਏ ਇੱਕ ਬਾਜ ਦੀ, ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਹਿਜ ਸੁਭਾਵਕ ਬਚਨ ਕੀਤਾ ਸੀਗਾ। ਕਹਿਣ ਲੱਗੇ, ਹੇ ਭਾਈ, ਜੇ ਐਸਾ ਗੁਣੀ ਬਾਜ ਹੈ ਤੇ ਗੁਰੂ ਘਰ ਦੇ ਵਿੱਚ ਇਹਨੂੰ ਭੇਟਾ ਕਰਨਾ ਚਾਹੀਦਾ ਹੈ। ਇਹ ਤੂੰ ਸਾਨੂੰ ਭੇਟਾ ਦੇ ਵਿੱਚ ਦੇ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਇਹ ਚੱਲ ਕੇ ਆਇਆ ਹੈ, ਬਹੁਤ ਪ੍ਰੇਮ ਧਾਰਨ ਕਰ ਰਿਹਾ ਹੈ, ਬੜੀ ਸ਼ਰਧਾ ਦੇ ਨਾਲ। ਪਰ ਪਾਤਸ਼ਾਹ ਜੀ ਨੇ ਜਦੋਂ ਸਹਿਜ ਸੁਭਾਵ ਕਿਸ ਤਰ੍ਹਾਂ ਬਚਨ ਕੀਤਾ, ਕਹਿਣ ਲੱਗੇ, ਲਿਆ ਭਾਈ ਇਹ ਫਿਰ ਬਾਜ ਸਾਨੂੰ ਦੇ। ਤੇ ਹੁਣ ਮਨ ਦੇ ਵਿੱਚ ਮੋਹ ਆ ਗਿਆ, ਲਾਲਚ ਆ ਗਿਆ। ਇਤਨਾ ਸੁੰਦਰ ਸਿਖਾਇਆ ਹੋਇਆ ਮੇਰਾ ਬਾਜ ਹੈ, ਬੜਾ ਕੀਮਤੀ ਹੈ, ਮੈਂ ਬੜਾ ਪਿਆਰ ਕਰਦਾ ਹਾਂ। ਪਾਤਸ਼ਾਹ ਜੀ ਨੇ ਮੰਗ ਕਰ ਲਈ ਹੈ ਤੇ ਦਿਲ ਰਾਜੀ ਨਹੀਂ ਹੋਇਆ, ਟਾਲ ਮਟੋਲਾ ਕਰਕੇ ਘਰ ਨੂੰ ਚਲਿਆ ਗਿਆ। ਤੇ ਫਿਰ ਘਰੇ ਜਾ ਕੇ ਪਛਤਾ ਵੀ ਰਿਹਾ ਹੈ ਕਿ ਇਤਨੇ ਵੱਡੇ ਪਾਤਸ਼ਾਹ ਹਨ ਛੇਵੇਂ ਸਤਿਗੁਰੂ ਜੀ, ਉਹਨਾਂ ਨੂੰ ਕਿਹੜਾ ਕਿਸੇ ਚੀਜ਼ ਦਾ ਘਾਟਾ ਹੈ। ਤੇ ਜੇ ਇੱਕ ਬਾਜ ਮੰਗਿਆ ਹੀ ਸੀਗਾ ਤੇ ਮਨ ਦੇ ਵਿੱਚ ਵਿਚਾਰ ਆ ਰਹੇ ਹਨ ਵਾਰ-ਵਾਰ ਕਿ ਦੇ ਦੇਣਾ ਚਾਹੀਦਾ ਸੀ, ਪਰ ਮੋਹ ਆ ਗਿਆ। ਤੇ ਬਾਅਦ ਵਿੱਚ ਬਾਜ ਨੇ ਇੱਕ ਰੇਸ਼ਮੀ ਜਿਹੜਾ ਡੋਰਾ ਹੈ ਉਹਨੂੰ ਆਪਣੇ ਅੰਦਰ ਲੰਘਾ ਲਿਆ ਹੈ, ਜਿਹਦੇ ਕਰਕੇ ਬਾਜ ਜਿਹੜਾ ਬਹੁਤ ਜ਼ਿਆਦਾ ਇੱਕਦਮ ਉਹਦੀ ਹਾਲਤ ਖਰਾਬ ਹੋ ਗਈ ਹੈ।
ਤੇ ਇਸ ਨੂੰ ਇੰਜ ਲੱਗਿਆ ਕਿ ਬਾਜ ਤਾਂ ਹੁਣ ਮਰ ਜਾਏਗਾ, ਸ਼ਾਇਦ ਮੈਂ ਪਾਤਸ਼ਾਹ ਜੀ ਦੀ ਭੇਟਾ ਵਾਸਤੇ ਸਤਿਗੁਰਾਂ ਨੂੰ ਦਿੱਤਾ ਨਹੀਂ ਹੈ। ਪਾਤਸ਼ਾਹ ਜੀ ਨੇ ਮੰਗ ਕੀਤੀ ਸੀਗੀ, ਮੈਂ ਦਿੱਤਾ ਨਹੀਂ ਹੈ, ਤੇ ਬਾਜ ਇਸੇ ਕਰਕੇ ਇਸ ਤਰ੍ਹਾਂ ਹੋ ਗਿਆ ਹੈ। ਤੇ ਜੇ ਇੱਥੇ ਪਿਆ ਪਿਆ ਮਰ ਗਿਆ, ਠੀਕ ਹੋਣਾ ਇਹਦਾ ਮੁਸ਼ਕਲ ਹੈ, ਕਿਸ ਤਰ੍ਹਾਂ ਤੜਫ ਰਿਹਾ ਹੈ, ਕਿਉਂ ਨਾ ਮੈਂ ਕਾਲੀ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੂੰ ਦੇ ਦੇਵਾਂ। ਜੇ ਮੈਂ ਨਹੀਂ ਦਿੱਤਾ ਤੇ ਇਹ ਭਾਣਾ ਲੱਗਦਾ ਇਸੇ ਕਰਕੇ ਵਾਪਰਿਆ ਹੈ। ਇਹ ਦੁਖੀ ਹੋਇਆ, ਇਹਨੇ ਬਾਜ ਪਕੜਿਆ, ਛੇਵੇਂ ਪਾਤਸ਼ਾਹ ਜੀ ਦੇ ਕੋਲ ਚਲਿਆ ਗਿਆ। ਪਾਤਸ਼ਾਹ, ਤੁਸੀਂ ਮੰਗ ਕੀਤੀ ਸੀ ਪਰ ਮੈਂ ਦਿੱਤਾ ਨਹੀਂ। ਤੇ ਇਹ ਉਦੋਂ ਦਾ ਹੀ ਤੜਫ ਰਿਹਾ, ਇਹਨੇ ਕੁਛ ਖਾ ਲਿਆ ਹੈ। ਤੇ ਸਤਿਗੁਰੂ ਜੀ, ਇਹ ਮੇਰੀ ਭੁੱਲ ਸੀਗੀ, ਬਾਜ ਮੈਂ ਤੁਹਾਡੇ ਕੋਲ ਲੈ ਕੇ ਆਇਆ ਹਾਂ, ਤੁਸੀਂ ਕਿਰਪਾ ਕਰੋ, ਇਹ ਰਾਜੀ ਹੋ ਸਕਦਾ ਹੈ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਜੀ ਨੇ ਬਾਜ ਕੋਲ ਆਇਆ ਤੇ ਕਿਰਪਾ ਐਸੀ ਵਰਤੀ ਆ ਕਿ ਬਾਜ, ਉਹ ਜਿਹੜੀ ਚੀਜ਼ ਉਹਨੇ ਚਿੱਥੀ ਸੀ ਉਹ ਬਾਹਰ ਨਿਕਲ ਆਈ ਤੇ ਬਾਜ ਠੀਕ ਹੋ ਗਿਆ ਹੈ। ਤੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕੋਲ ਰੱਖ ਲਿਆ ਹੈ ਬਾਜ। ਦੇਖੋ, ਜਦੋਂ ਆਪਾਂ ਗੁਰ ਇਤਿਹਾਸ ਪੜ੍ਹਦੇ ਹਾਂ ਤੇ ਕੋਈ ਵੀ ਜਿਹੜਾ ਗੁਰੂ ਦਾ ਬਚਨ ਹੈ, ਅਸਲ ਦੇ ਵਿੱਚ ਉਹਦੇ ਵਿੱਚ ਕੋਈ ਰਮਜ ਹੁੰਦੀ ਹੈ, ਕੋਈ ਰਾਜ ਹੁੰਦਾ ਹੈ ਬਹੁਤ ਵੱਡਾ। ਛੇਵੇਂ ਪਾਤਸ਼ਾਹ ਜੀ ਨੂੰ ਕੋਈ ਬਾਜਾਂ ਦਾ ਘਾਟਾ ਨਹੀਂ ਹੈ, ਉਹਨਾਂ ਦੇ ਕੋਲ ਬਹੁਤ ਕੀਮਤੀ ਤੋਂ ਕੀਮਤੀ ਬਾਜ ਹਨ। ਪਰ ਸਤਿਗੁਰੂ ਜੀ ਦੇਖ ਰਹੇ ਸਨ ਕਿ ਜੇ ਇਹ ਬੜੀ ਭਾਵਨਾ ਦੇ ਨਾਲ ਮੇਰੇ ਕੋਲ ਚੱਲ ਕੇ ਆਇਆ ਹੈ, ਆਪਾਂ ਵੀ ਦੇਖੋ ਭਾਵਨਾ ਦੇ ਨਾਲ ਚੱਲ ਕੇ ਆਉਂਦੇ ਹਾਂ ਸਤਿਗੁਰਾਂ ਦੇ ਘਰ ਦੇ ਵਿੱਚ, ਤੇ ਸਤਿਗੁਰੂ ਜੀ ਦੇਖਦੇ ਹਨ ਕਿ ਜੇ ਕੋਈ ਪਿਆਰ ਦੇ ਨਾਲ, ਭਾਵਨਾ ਦੇ ਨਾਲ ਆਇਆ ਹੈ ਤੇ ਦੇਖਾਂ ਇਹਦਾ ਮੇਰੇ ਨਾਲ ਪਿਆਰ ਹੈ ਕਿ ਪਦਾਰਥਾਂ ਦੇ ਨਾਲ ਪਿਆਰ ਹੈ। ਪਾਤਸ਼ਾਹ ਜੀ ਨੇ ਇੱਕ ਛੋਟੀ ਜਿਹੀ ਪਰਖ ਕੀਤੀ ਹੈ ਕਿ ਭਾਈ ਆ ਬਾਜ ਸਾਨੂੰ ਦੇ ਦੇ, ਪਰ ਮੋਹ ਆ ਗਿਆ। ਗੁਰਬਾਣੀ ਦੇ ਵਿੱਚ ਇੱਕ ਬਚਨ ਹੈ, ਆਪਾਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਤੇ ਇੱਕ ਬਚਨ ਹੈ, 10 ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਬੇਖੋਟ ਗਵਾਵੈ, ਏਕ ਭੀ ਨਾ ਦੇ 10 ਭੀ ਹਿਰ ਲੈ, ਤਉ ਮੂੜਾ ਕਹੋ ਕਾਹ ਕਰੇ। ਇਹ ਆਪਾਂ ਬਚਨ ਪੜ੍ਹਦੇ ਹਾਂ ਕਿ ਦੇਖੋ ਇਹਦਾ ਭਾਵ ਇਹ ਹੈ, ਇਹ ਜਿਹੜਾ ਪਾਵਨ ਬਚਨ ਹੈ ਕਿ ਮਾਲਕ ਨੇ, ਪਰਮੇਸ਼ਰ ਨੇ ਬੇਅੰਤ ਤਰ੍ਹਾਂ ਦੀਆਂ ਜਿਹੜੀਆਂ ਦਾਤਾਂ ਸਾਨੂੰ ਦਿੱਤੀਆਂ ਹੋਈਆਂ ਹਨ, ਬੇਅੰਤ ਤਰ੍ਹਾਂ ਦੀਆਂ ਗੁਰੂ ਦੀ ਕਿਰਪਾ ਦੇ ਨਾਲ ਸਾਡੇ ਕੋਲ ਬੇਅੰਤ ਤਰ੍ਹਾਂ ਦੀਆਂ ਦਾਤਾਂ ਹਨ। ਸਾਡੇ ਕੋਲ ਪਹਿਨਣ ਵਾਸਤੇ ਸੁੰਦਰ ਪਹਿਰਾਵੇ ਹਨ, ਘਰ ਦੇ ਵਿੱਚ ਰਹਿਣ ਵਾਸਤੇ ਸੋਹਣੀ ਛੱਤ ਹੈ, ਮਕਾਨ ਹੈ, ਛਕਣ ਛਕਾਉਣ ਵਾਲੇ ਬੇਅੰਤ ਤਰ੍ਹਾਂ ਦੇ ਪਦਾਰਥ ਹਨ, ਤਰ੍ਹਾਂ ਤਰ੍ਹਾਂ ਦੇ ਛਕਦੇ ਹਾਂ। ਤੇ ਗੁਰੂ ਸਾਹਿਬਾਨ ਨੇ ਬੇਅੰਤ ਸਾਡੇ ਉੱਪਰ ਕਿਰਪਾ ਕੀਤੀ ਹੈ ਤੇ ਸਤਿਗੁਰੂ ਜੀ ਦੇਖਦੇ ਹਨ ਕਿ ਇਤਨੀਆਂ ਇਹਨਾਂ ਦੇ ਪਾਸ ਦਾਤਾਂ ਹਨ। ਮਾਲਕ ਨੇ, ਦੇਖੋ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ ਤੇ ਸਾਨੂੰ ਇਤਿਹਾਸ ਦੇ ਵਿੱਚੋਂ ਵਚਨ ਮਿਲਦੇ ਹਨ ਕਿ ਗੁਰੂ ਦਾ ਜਿਹੜਾ ਸਿੱਖ ਹੈ, ਕਿਰਤੀ ਹੈ, ਉਹਦੇ ਕੋਲ ਜਿੱਥੇ ਬੇਅੰਤ ਦਾਤਾਂ ਹਨ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈ ਉਸਨੇ ਭਲੇ ਕਾਰਜਾਂ ਵਾਸਤੇ ਲਾਉਣਾ ਹੈ। ਦਸਵੰਧ ਕਹਿ ਲਓ, 10ਵਾਂ ਹਿੱਸਾ। ਜੇ ਸਾਡੇ ਕੋਲ ਕਿਰਤ ਕਮਾਈ ਹੈ, ਅਸੀਂ ਮਿਹਨਤ ਕਰਦੇ ਹਾਂ ਤੇ ਉਹਦਾ 10ਵਾਂ ਹਿੱਸਾ ਜਿਹੜਾ ਹੈ ਉਹ ਕੋਈ ਨੇਕ ਕੰਮ ਤੇ, ਭਲੇ ਕੰਮ ਤੇ, ਕਿਸੇ ਲੋੜਵੰਦ ਦੇ ਜਾਂ ਗੁਰੂ ਘਰ ਦੀ ਸੇਵਾ ਦੇ ਵਿੱਚ ਉਹ ਅਰਪਿਤ ਕਰੇ। ਗੁਰੂ ਦੀ ਇਹ ਹੁਕਮ ਹੈ। ਤੇ ਪਰ ਕਈ ਵਾਰੀ ਸਾਡੇ ਮਨ ਦੇ ਵਿੱਚ ਲੋਭ ਆ ਜਾਂਦਾ ਹੈ, ਲਾਲਚ ਆ ਜਾਂਦਾ ਹੈ। ਜਿੱਥੇ ਅਸੀਂ 9 ਹਿੱਸੇ ਰੱਖਦੇ ਹਾਂ ਉੱਥੇ 10ਵੇਂ ਹਿੱਸੇ ਨੂੰ ਵੀ ਕਈ ਵਾਰੀ ਮੋਹ ਆ ਜਾਂਦਾ ਹੈ, ਮਨ ਨਹੀਂ ਕਰਦਾ। ਔਖਾ ਹੈ, ਬਹੁਤ ਔਖਾ ਹੈ। ਪਰ ਜਿਨ੍ਹਾਂ ਦਾ ਪਦਾਰਥਾਂ ਦੇ ਨਾਲ ਮੋਹ ਹੈ ਉਹਦੇ ਵਾਸਤੇ ਔਖਾ ਹੈ, ਜਿਹਨੂੰ ਗੁਰੂ ਦੇ ਨਾਲ ਪਿਆਰ ਹੈ ਉਹਦੇ ਵਾਸਤੇ ਔਖਾ ਨਹੀਂ ਹੈ। ਪਿੱਛੇ ਜੇ ਕਈ ਵਾਰੀ
ਆਮ ਸਧਾਰਨ ਬੰਦੇ ਵਾਸਤੇ ਜਿਹੜਾ ਮਾਇਆ ਦੇ ਵਿੱਚ ਲੀਨ ਹੈ ਉਹਦੇ ਵਾਸਤੇ ਤਾਂ 10ਵਾਂ ਤੱਕ ਹੀ 20ਵਾਂ 23ਵਾਂ 50ਵਾਂ ਹਿੱਸਾ ਵੀ ਹੋਵੇ ਉਹ ਵੀ ਔਖਾ ਹੈ। ਕੋਈ ਗੁਰੂ ਕਾ ਸਿੱਖ, ਕਈ ਐਸੇ ਵੀ ਭਾਵਨਾ ਵਾਲੇ ਪਿਆਰੇ ਹਨ ਕਿ ਜਿਹੜੇ 10ਵਾਂ ਹਿੱਸਾ ਕੱਢਣਾ, ਦੇਖੋ ਸਾਡੇ ਵਾਸਤੇ 10ਵਾਂ ਹਿੱਸਾ ਕੱਢਣਾ ਬੜਾ ਮੁਸ਼ਕਲ ਹੈ, ਪਰ ਕਈ ਗੁਰੂ ਕੇ ਐਸੇ ਵੀ ਸਿੱਖ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, ਉਹਨਾਂ ਦੀ ਜਿੰਨੀ ਕਮਾਈ ਹੋਵੇ ਉਹਦੇ ਵਿੱਚੋਂ ਅੱਧੀ ਜਿਹੜੀ ਕਮਾਈ ਹੈ ਉਹ ਗੁਰੂ ਘਰਾਂ ਵਾਸਤੇ ਅਰਪਿਤ ਕਰਦੇ ਹਨ। ਕਈ ਐਸੇ ਵੀ ਸੇਵਕ ਹਨ। ਪਿੱਛੇ ਜੇ ਦਾਸ ਇੱਕ ਮਹਾਂਪੁਰਸ਼ਾਂ ਦੇ ਕੋਲ ਬੈਠਾ ਹੋਇਆ ਸੀ, ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲੇ ਮਹਾਂਪੁਰਸ਼। ਉਹ ਬਚਨ ਕਰ ਰਹੇ ਸਨ, ਕਹਿਣ ਲੱਗੇ ਅਸੀਂ ਵਿਦੇਸ਼ ਦੇ ਵਿੱਚ ਇੱਕ ਪਰਿਵਾਰ ਨੂੰ ਮਿਲੇ। ਉਹ ਕਹਿਣ ਲੱਗੇ ਕਿ ਸਾਡੇ ਇੰਨੇ ਜਿਹੜੇ ਟਰਾਲੇ ਇੱਥੇ ਚੱਲਦੇ ਹਨ, ਇਹਨਾਂ ਦੇ ਵਿੱਚੋਂ ਅੱਧਿਆਂ ਦੀ ਕਮਾਈ ਅਸੀਂ ਵਰਤਦੇ ਹਾਂ, ਅੱਧਿਆਂ ਦੀ ਜਿਹੜੀ ਕਮਾਈ ਹੈ ਇਹ ਗੁਰੂ ਘਰਾਂ ਦੇ ਵਿੱਚ ਜਾਂਦੀ ਹੈ। ਅੱਧਿਆਂ ਦੀ ਕਮਾਈ ਭਾਵ 50% ਅਸੀਂ ਆਪਣੇ ਵਾਸਤੇ ਰੱਖਦੇ ਹਾਂ ਅਤੇ 50% ਕਦੇ ਕਿਸੇ ਗੁਰੂ ਘਰ ਜਿੱਥੇ ਸੇਵਾ ਚੱਲ ਰਹੀ ਹੈ, ਕਦੇ ਕਿਸੇ ਕਦੇ ਕਿਸੇ। ਇਹ ਬਹੁਤ ਵੱਡੀ ਗੱਲ ਹੈ। ਸਧਾਰਨ ਬੰਦਾ ਤਾਂ 10ਵਾਂ ਹਿੱਸਾ ਕੱਢਣ ਵਾਸਤੇ ਵੀ ਤਿਆਰ ਨਹੀਂ, ਪਰ ਜਿਨ੍ਹਾਂ ਦੇ ਅੰਦਰ ਸਿੱਖੀ ਹੈ, ਭਾਵਨਾ ਹੈ, ਉਹਨਾਂ ਨੂੰ ਇਹ ਦੁੱਖਦਾਈ ਨਹੀਂ ਲੱਗਦਾ। ਇਹ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਨਹੀਂ ਹੈ, ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਜਿਨ੍ਹਾਂ ਨੂੰ ਦਿਲੋਂ ਪਿਆਰ ਹੈ। ਅਸੀਂ ਬਚਨ ਇਹ ਸਾਂਝਾ ਕਰ ਰਹੇ ਸੀ, ਸਾਡੇ ਕੋਲ ਬੇਅੰਤ ਤਰ੍ਹਾਂ ਦੀਆਂ ਦਾਤਾਂ ਹਨ ਮਾਲਕ ਦੀਆਂ, ਅਤੇ ਉਹਨੇ ਇਹ ਕਿਹਾ ਸੀ ਪਰਮੇਸ਼ਰ ਨੇ ਕਿ ਹੇ ਭਾਈ, ਇੰਨੀਆਂ ਤੈਨੂੰ ਦਾਤਾਂ ਦਿੱਤੀਆਂ ਹਨ, ਪਰ ਇਹ ਸਿੱਖਾ ਇੰਨੀ ਕੁ ਜਿਹੜੀ ਸੇਵਾ ਹੈ ਇਹ ਗੁਰੂ ਘਰ ਵਾਸਤੇ ਜਾਂ ਭਲੇ ਕਾਰਜਾਂ ਵਾਸਤੇ ਵਰਤੀ। ਪਰ ਬੰਦੇ ਦਾ ਸੁਭਾਅ ਇਸ ਤਰ੍ਹਾਂ ਦਾ ਹੈ, ਜੇ 9 ਹਿੱਸੇ ਇਹ ਕੋਲ ਰੱਖਦਾ ਹੈ ਤੇ 10ਵਾਂ ਵੀ ਚਾਹੁੰਦਾ ਮੈਂ ਕੋਲ ਹੀ ਰੱਖਾਂ, ਇਹ ਵੀ ਮੇਰੇ ਕੋਲ ਰਵੇ, ਸ਼ਾਇਦ ਮੇਰੀ ਹੋਰ ਕਮਾਈ ਜ਼ਿਆਦਾ ਵੱਧ ਜਾਏਗੀ। 10 ਵਸਤੂ ਲੈ ਪਾਛੇ ਪਾਵੈ, ਅਨੇਕਾਂ ਤਰ੍ਹਾਂ ਦੀਆਂ ਦਾਤਾਂ ਪੱਲੇ ਦੇ ਵਿੱਚ ਪਾ ਲਈਆਂ। ਇੱਕ ਆਖਿਆ ਸੀ ਭਲੇ ਕੰਮਾਂ ਵਾਸਤੇ ਵਰਤੀ, ਕਿਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਮਨਾਵੇ। ਕਿਰਤ ਕਰਦਿਆਂ ਹੋਇਆਂ ਹੱਥੋਂ ਦਾਨ ਕਰਕੇ ਭਲਾ ਮਨਾਈ, ਗੁਰੂ ਦਾ ਸਮਝੀ। ਪਰ ਉਹ ਨਾ ਕਰਨ ਕਰਕੇ ਜਿਹੜੀਆਂ ਬਾਕੀ 10 ਤਰ੍ਹਾਂ ਦੀਆਂ ਦਾਤਾਂ ਸਨ ਉਹ ਲੈ ਕਰਕੇ ਪ੍ਰਾਪਤ ਕਰਕੇ ਤੇ ਗੁਰੂ ਦੀ ਸੇਵਾ ਦੇ ਵਿੱਚ ਕੁਛ ਅਰਪਿਤ ਨਹੀਂ ਕੀਤਾ, ਇਸ ਕਰਕੇ ਗੁਰੂ ਤੋਂ ਬੇਮੁਖ ਹੋ ਗਿਆ। ਸਾਰਾ ਕੁਛ ਹੀ ਪੱਲੇ ਦੇ ਵਿੱਚ ਪਾ ਲਿਆ, ਭੁੱਲ ਗਿਆ। ਧੰਨ ਹਨ ਉਹ ਗੁਰੂ ਕੇ ਸਿੱਖ ਜਿਹੜੇ ਬਚਨ ਯਾਦ ਰੱਖਦੇ ਹਨ। ਅਤੇ ਸਤਿਗੁਰਾਂ ਨੇ ਬਚਨ ਕੀਤਾ ਹੈ, ਜੇ ਮਾਲਕ ਦੀਆਂ ਇਤਨੀਆਂ ਦਾਤਾਂ, ਦੇਖੋ ਦਸਵੰਧ ਕੇਵਲ ਕਮਾਈ ਦਾ ਹੀ ਨਹੀਂ ਹੈ, ਇਹ ਜਿਹੜਾ ਸਾਨੂੰ ਜੀਵਨ ਮਿਲਿਆ ਹੈ, ਸਵਾਸ ਮਿਲੇ ਹਨ, ਇਹਨਾਂ ਸਵਾਸਾਂ ਦਾ ਵੀ ਦਸਵੰਧ ਕੱਢਣਾ ਹੈ। ਇਹ ਜਿਹੜੇ ਹੱਥ ਪੈਰ ਸਾਨੂੰ ਨਵੰਬਰ 9 ਮਿਲੇ ਹਨ, ਇਹਨਾਂ ਦਾ ਵੀ ਦਸਵੰਧ ਕੱਢਣਾ ਹੈ। ਸਵਾਸਾਂ ਤੋਂ ਭਾਵ ਹੈ ਜੇ 24 ਘੰਟੇ ਸਾਡੇ ਪਾਸ ਹਨ ਅਤੇ ਸਤਿਗੁਰਾਂ ਨੇ ਦਸਵੰਧ ਇਸ ਕਰਕੇ ਕਿਹਾ ਹੈ, ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਦਾ ਜਾਪ ਕਰੀ, ਸ਼ਾਮ ਵੇਲੇ ਗੁਰੂ ਦੇ ਚਰਨਾਂ ਦੇ ਨਾਲ ਜੁੜੀ। ਇਹ ਜਿਹੜੇ ਸਾਹ ਹਨ ਜਾਂ ਜਿਹੜਾ ਸਮਾਂ, ਇਹਦੇ ਵਿੱਚੋਂ ਦਸਵੰਧ ਨਿਕਲੇਗਾ। ਆ ਜਿਹੜੇ ਕੰਮਕਾਰ ਵਾਸਤੇ ਸਾਡੇ ਹੱਥ ਪੈਰ ਹਨ, ਕੁਝ ਸਮਾਂ ਗੁਰੂ ਘਰ ਦੇ ਨਾਲ ਜੁੜ ਕੇ ਸੇਵਾ ਕਰੀ, ਇਹ ਤੇਰੇ ਸਰੀਰ ਦਾ ਦਸਵੰਧ ਨਿਕਲੇਗਾ। ਇਸੇ ਤਰ੍ਹਾਂ ਜਿਹੜੀ ਕਿਰਤ ਕਮਾਈ ਹੈ ਉਹਦੇ ਵਿੱਚੋਂ ਕੁਛ ਜਿਹੜਾ ਪੈਸਾ ਹੈ ਕਮਾਈ ਜਿਹੜੀ ਉਹ ਸਰਬੱਤ ਦੇ ਭਲੇ ਵਾਸਤੇ ਵਰਤੀ, ਇਹਦੇ ਵਿੱਚੋਂ ਵੀ ਦਸਵੰਧ ਨਿਕਲੇਗਾ। ਕਈ ਤਰ੍ਹਾਂ ਦਾ ਦਸਵੰਧ ਹੈ ਅਤੇ ਭਾਵਨਾ ਵਾਲੇ ਗੁਰੂ ਕੇ ਸਿੱਖ ਕੱਢਦੇ ਵੀ ਹਨ, ਉਹਨਾਂ ਵਾਸਤੇ ਔਖਾ ਵੀ ਨਹੀਂ ਹੈ। ਪਦਾਰਥਾਂ ਦੇ ਨਾਲ ਜੁੜਿਆ ਹੋਇਆਂ ਵਾਸਤੇ ਔਖਾ ਜ਼ਰੂਰ ਹੈ। ਭਾਵ ਇਹ ਜਿਹੜਾ ਅਸੀਂ ਇਤਿਹਾਸ ਸਰਵਣ ਕਰਦੇ ਹਾਂ, ਕੋਈ ਨਾ ਕੋਈ ਜਿਹੜਾ ਗੁਰੂ ਘਰ ਦਾ ਬਚਨ ਸਰਵਣ ਕਰਦੇ ਹਾਂ, ਉਹਦੇ ਵਿੱਚ ਰਾਜ ਹੁੰਦਾ ਹੈ, ਰਮਜ ਹੁੰਦਾ ਹੈ। ਗੱਲ ਬਾਜਦੀ ਨਹੀਂ ਸੀਗੀ। ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇਖ ਰਹੇ ਹਨ, ਜੇ ਕੋਈ ਭਾਵਨਾ ਦੇ ਨਾਲ ਆ ਕੇ ਮੱਥਾ ਟੇਕ ਰਿਹਾ ਹੈ, ਖੁਸ਼ ਹੋ ਰਿਹਾ ਹੈ, ਇਹ ਸਤਿਗੁਰੂ ਜੀ ਚੰਗੇ ਭਾਗ ਤੁਸੀਂ ਆ ਕੇ ਦਰਸ਼ਨ ਦਿੱਤੇ ਹਨ, ਅਤੇ ਦੇਖਾਂ ਤਾਂ ਸਹੀ ਕਿ ਭਾਈ ਇਹ ਕਿੰਨਾ ਕੁ ਇਹਦਾ ਸਾਡੇ ਨਾਲ ਪਿਆਰ ਹੈ, ਕਿੰਨਾ ਕੁ ਪਦਾਰਥਾਂ ਨਾਲ ਪਿਆਰ ਹੈ, ਸਾਡੇ ਨਾਲ ਮੁਹੱਬਤ ਹੈ ਕਿ ਪਦਾਰਥਾਂ ਦੇ ਨਾਲ ਹੈ। ਇਸ ਕਰਕੇ ਪਾਤਸ਼ਾਹ ਜੀ ਨੇ ਇਹ ਛੋਟੀ ਜਿਹੀ ਪਰਖ ਕੀਤੀ ਹੈ ਅਤੇ ਸਿੱਖ ਦਾ ਮਨ ਡੋਲ ਗਿਆ, ਬਾਜ 'ਤੇ ਬੇਈਮਾਨ ਹੋ ਗਿਆ ਅਤੇ ਸਤਿਗੁਰਾਂ ਦਾ ਬਚਨ ਟਾਲ ਦਿੱਤਾ।
ਤੇ ਪਰ ਬਾਅਦ ਵਿੱਚ ਜਦੋਂ ਅੱਖਾਂ ਉਗੜੀਆਂ ਫਿਰ ਦੁਬਾਰਾ ਬਾਜ ਲੈ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ। ਪਾਤਸ਼ਾਹ ਜੀ ਭੁੱਲ ਬਖਸ਼ਿਓ, ਸਤਿਗੁਰੂ ਜੀ ਆ ਜਿਹੜਾ ਬਾਜ ਹੈ ਤੁਸੀਂ ਆਪਣੇ ਪਾਸ ਰੱਖ ਲਓ। ਇਸ ਕਰਕੇ ਜਿਹੜਾ ਕੋਈ ਸੇਵਕ ਹੈ, ਸਿੱਖ ਹੈ, ਉਹ ਜਦੋਂ ਤੱਕ ਤਾਂ ਪਦਾਰਥਾਂ ਦੇ ਨਾਲ ਜੁੜਿਆ ਹੋਏਗਾ, ਪਦਾਰਥਾਂ ਦੇ ਨਾਲ ਮੋਹ ਹੈ, ਉਦੋਂ ਤੱਕ ਗੁਰੂ ਦਾ ਨਹੀਂ ਹੋ ਸਕਦਾ। ਜਦੋਂ ਫਿਰ ਗੁਰੂ ਦੇ ਨਾਲ ਜੁੜ ਗਿਆ, ਉਦੋਂ ਪਦਾਰਥਾਂ ਦੇ ਨਾਲ ਇਤਨਾ ਮੋਹ ਨਹੀਂ ਹੋਏਗਾ। ਉਹ ਤਾਂ ਫਿਰ ਆਪਣਾ ਤਨ ਮਨ ਵੀ ਗੁਰੂ ਤੋਂ ਵਾਰ ਦੇਗਾ, ਪਦਾਰਥਾਂ ਦੀ ਤਾਂ ਗੱਲ ਹੀ ਦੂਰ ਦੀ ਹੈ। ਰਹੋ ਵਿਚਾਰ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਜਿਹੜਾ ਗੁੱਜਰਵਾਲ ਪਿੰਡ ਹੈ, ਭਾਈ ਫਤੂਹੀ ਜੀ ਜਿਹੜਾ ਹੈ, ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਇਆ ਤੇ ਭੁੱਲ ਬਖਸ਼ਾਈ ਹੈ। ਗਰੀਬ ਨਿਵਾਜ ਮਾਲਵੇ ਤੋਂ ਅੱਗੇ ਚੱਲੇ ਹਨ, ਮਾਝੇ ਵਾਲੇ ਪਾਸੇ ਨੂੰ ਵੱਧ ਰਹੇ ਹਨ। ਤੇ ਸਤਿਗੁਰੂ ਜੀ ਜਾਣ ਤੋਂ ਪਹਿਲਾਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਆਪਣਾ ਪਰਿਵਾਰ, ਪੁੱਤਰ ਪੋਤਰੇ ਛੱਡ ਗਏ ਸਨ ਕਿ ਅਸੀਂ ਮਾਲਵੇ ਨੂੰ ਜਾ ਰਹੇ ਹਾਂ, ਉੱਥੇ ਸਾਡੇ ਕੁਝ ਵੱਡੇ ਕਾਰਜ ਹਨ। ਵੱਡੇ ਕਾਰਜ ਇਹੀ ਹਨ, ਇੱਥੇ ਆ ਕੇ ਯੁੱਧ ਕੀਤਾ ਹੈ ਪਾਤਸ਼ਾਹ ਜੀ ਨੇ ਬਹੁਤ ਵੱਡਾ। ਆਓ ਸਤਿਗੁਰੂ ਜੀ ਜਿਵੇਂ ਅੱਗੇ ਚੱਲੇ ਹਨ ਤੇ ਅਗਲਾ ਜਿਹੜਾ ਇਤਿਹਾਸ ਹੈ, ਪ੍ਰਸੰਗ ਹੈ, ਸਰਵਣ ਕਰੀਏ। ਇੱਕ ਵਾਰੀ ਮਨ ਬਿਰਤੀਆਂ ਇਕਾਗਰ ਕਰਕੇ ਸਾਰੀ ਸੰਗਤ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਸਤਿਗੁਰੂ ਨੇ ਬਾਜ ਕੋ ਸੌਂਪਿਓ ਮੀਰ ਸ਼ਿਕਾਰ। ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਬਾਜ ਦੁਬਾਰਾ ਜਦੋਂ ਸਿੱਖ ਪਹੁੰਚਿਆ ਪ੍ਰਾਪਤ ਕੀਤਾ ਹੈ ਤੇ ਆਪਣੇ ਇੱਕ ਸੇਵਕ ਨੂੰ, ਸਿੱਖ ਨੂੰ ਇਹ ਬਾਜ ਸੌਂਪ ਦਿੱਤਾ ਹੈ। ਖਾਨ ਪਾਨ ਕਰਕੇ ਭਲੇ ਬਿਸਰਾਮੇ ਸੁਖ ਧਾਰ। ਤੇ ਸਤਿਗੁਰਾਂ ਨੇ ਫਿਰ ਪਦਾਰਥ ਛਕ ਛਕਾ ਕਰਕੇ ਗਰੀਬ ਨਿਵਾਜ ਸਤਿਗੁਰਾਂ ਨੇ ਉਸ ਨਗਰ ਦੇ ਵਿੱਚ ਵਿਸਰਾਮ ਕੀਤਾ ਹੈ। ਨਿਸ਼ਾਨੀ ਛੰਦ ਨਿਸਬਤਾਈ ਸਤਿਗੁਰੂ ਕਰ ਸੋਚ ਇਸ਼ਨਾਨਾ। ਤੇ ਸਤਿਗੁਰਾਂ ਨੇ ਇੱਕ ਰਾਤ ਜਿਹੜੀ ਹੈ ਗੁੱਜਰਵਾਲ ਪਿੰਡ ਦੇ ਵਿੱਚ ਸਤਿਗੁਰਾਂ ਨੇ ਉੱਥੇ ਬਤੀਤ ਕੀਤੀ ਹੈ। ਸਿਮਰ ਬਿਨਾਸ ਪ੍ਰਕਾਸ਼ ਭਾਵ ਹੋਏ ਸਵਦਾਨਾ। ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕੀਤਾ ਹੈ ਸਤਿਗੁਰਾਂ ਨੇ। ਸਿੱਖਾਂ ਨੇ ਉੱਠ ਕੇ ਮਾਲਕ ਦੀ ਯਾਦ ਵਿੱਚ ਜੁੜੇ ਹਨ। ਇਤਨੇ ਨੂੰ ਪ੍ਰਕਾਸ਼ ਹੋ ਗਿਆ, ਦਿਨ ਚੜ੍ਹ ਗਿਆ, ਸਾਰੇ ਸਾਵਧਾਨ ਹੋ ਗਏ ਹਨ। ਵਸਤਰ ਸ਼ਸਤਰ ਪਹਿਰੇ ਪ੍ਰਭੂ ਹੈ ਨਿਕਟ ਮੰਗਵਾਇਓ। ਤੇ ਉਸੇ ਵੇਲੇ ਪਾਤਸ਼ਾਹ ਜੀ ਨੇ ਵਸਤਰ ਸ਼ਸਤਰ ਸਰੀਰ ਤੇ ਸੋਹਣੇ ਸ਼ਸਤਰ ਤੇ ਵਸਤਰ ਦੇ ਉੱਪਰ ਸ਼ਸਤਰ ਸਜਾ ਕਰਕੇ ਆਪਣਾ ਜਿਹੜਾ ਕੀਮਤੀ ਘੋੜਾ ਉਹਨੂੰ ਕੋਲ ਮੰਗਵਾ ਲਿਆ ਹੈ। ਨਾਮ ਜਾਨ ਭਾਈ ਧਰਿਓ ਨੀਕੇ ਗੁਰ ਪਾਇਓ। ਤੇ ਸਤਿਗੁਰਾਂ ਨੇ ਇਹ ਜਿਹੜਾ ਘੋੜਾ ਇੱਕ ਬਚਿਆ ਹੋਇਆ, ਇੱਕ ਜੰਗ ਦੇ ਵਿੱਚ ਸ਼ਹੀਦ ਹੋ ਗਿਆ, ਮਾਰਿਆ ਗਿਆ। ਜਿਹੜਾ ਬਚਿਆ ਘੋੜਾ ਇਹਦਾ ਨਾਮ ਹੈ ਜਾਨ ਭਾਈ, ਜਿਹਦਾ ਨਾਮ ਹੈ ਦਿਲਬਾਗ। ਪਾਤਸ਼ਾਹ ਜੀ ਨੇ ਕੋਲ ਮੰਗਵਾਇਆ ਹੈ। ਭਏ ਅਰੂਠਨ ਸਤਿਗੁਰੂ ਧੌਂਸਾ ਤੁਮਕਾਰਾ। ਘੋੜੇ ਤੇ ਸਵਾਰ ਹੋਏ ਹਨ, ਉੱਚੀ ਸਾਰੀ ਨਗਾਰੇ ਗੁੱਜਰਵਾਲ ਪਿੰਡ ਦੇ ਵਿੱਚ ਵੱਜੇ ਹਨ। ਭਾਵ ਸਤਿਗੁਰੂ ਜੀ ਤਿਆਰੇ ਕਰ ਰਹੇ ਹਨ। ਸਕਲ ਬਾਣੀ ਸੁਨ ਚੜੀ ਹਥਿਆਰਨ ਧਾਰਾ। ਤੇ ਸਾਰੀ ਜਿਹੜੀ ਸੈਨਾ ਹੈ ਪਾਤਸ਼ਾਹ ਜੀ ਦੀ ਤਿਆਰ ਬਰ ਤਿਆਰ ਹੋ ਗਈ ਹੈ, ਘੋੜਿਆਂ ਤੇ ਚੜ ਗਈ ਹੈ, ਸ਼ਸਤਰ ਸਾਰਿਆਂ ਨੇ ਸਜਾ ਲਏ ਹਨ। ਗਮਨੇ ਮਾਰਗ ਮੈਂ ਤਬੈ ਹਰ ਕਰਤ ਅਕੇਰਾ। ਤੇ ਸਤਿਗੁਰੂ ਜੀ ਫਿਰ ਮਾਝੇ ਨੂੰ ਆ ਰਹੇ ਹਨ। ਉਸ ਵੇਲੇ ਜੰਗਲੀ ਰਸਤੇ ਬਹੁਤੇ ਹੁੰਦੇ ਸਨ ਤੇ ਰਸਤੇ ਦੇ ਵਿੱਚ ਭਿਆਨਕ ਖਤਰਨਾਕ ਜਿਹੜੇ ਜਾਨਵਰ ਮਿਲਦੇ ਹਨ, ਉਹਨਾਂ ਦਾ ਪਾਤਸ਼ਾਹ ਜੀ ਸ਼ਿਕਾਰ ਕਰਦੇ ਹਨ। ਨਵੇਂ ਬਾਜ ਕੋ ਸ਼ੋਰ ਤੇ ਇੱਕ ਲਵਾ ਬਟੇਰਾ। ਤੇ ਸਤਿਗੁਰੂ ਜੀ ਜਿਹੜਾ ਨਵਾਂ ਬਾਜ ਸਿੱਖ ਨੇ ਭੇਟ ਕੀਤਾ ਹੈ, ਉਹਦੀ ਪਰਖ ਕਰਦੇ ਹਨ। ਉਹਨੂੰ ਤੇਜ਼ ਜਿਹੜੇ ਪੰਛੀ ਬਟੇਰੇ ਉਹਨਾਂ ਦੇ ਪਿੱਛੇ ਵਾਰ-ਵਾਰ ਛੱਡਦੇ ਹਨ। ਪੰਛੀ ਕਿਠੈ ਸੁਕਾਪ ਕੋ ਸ਼ੋਰੈ ਤਹਿ ਪਾਛੇ। ਤੇ ਸਤਿਗੁਰੂ ਜੀ ਸੁਰਕਾਪ ਪੰਛੀ ਜਿਹੜਾ ਇੱਕ ਵਾਰੀ ਉਹਦੇ ਪਿੱਛੇ ਛੱਡਿਆ, ਬਟੇਰੇ ਦੇ ਪਿੱਛੇ ਅਨੇਕਾਂ ਜਿਹੜੇ ਜਾਨਵਰ ਸਨ, ਬਾਜ ਝਪਟ ਮਾਰ ਕੇ ਉਹਨਾਂ ਨੂੰ ਪਕੜ ਲੈਂਦਾ ਹੈ। ਪਾਤਸ਼ਾਹ ਜੀ ਛੱਡਦੇ ਹਨ।
ਚਪਟਤ ਹੈ ਕਰ ਬੇਗ ਕੋ ਤਿਤ ਰਾਵਤ ਆਛੇ। ਤੇ ਜਿਹੜੇ ਜਿਹੜੇ ਪੰਛੀ ਦੇ ਮਗਰ ਜਿੱਥੇ ਜਿੱਥੇ ਸਤਿਗੁਰਾਂ ਨੇ ਬਾਜ ਨੂੰ ਛੱਡਿਆ ਸ਼ਿਕਾਰ ਕਰਨ ਵਾਸਤੇ, ਇਹਨੇ ਬਹੁਤ ਤੇਜ਼ ਜਿਹੜੇ ਪੰਛੀ ਹਨ ਉਹਨਾਂ ਨੂੰ ਵੀ ਝਪਟ ਮਾਰ ਕੇ ਪਕੜ ਕੇ ਤੇ ਧਰਤੀ ਤੇ ਸੁੱਟ ਲਿਆ ਹੈ। ਇਤਨਾ ਤੇਜ਼ ਇਹ ਬਾਜ ਹੈ। ਸਨੇ ਸਨੇ ਮਗ ਮੈਂ ਚਲਤ ਇਮ ਕਰਤ ਬਿਲਾਸੈ। ਤੇ ਸਤਿਗੁਰੂ ਜੀ ਹੌਲੀ ਹੌਲੀ ਰਸਤੇ ਦੇ ਚੱਲ ਰਹੇ ਹਨ। ਕਈ ਤਰ੍ਹਾਂ ਦੇ ਚੋਜ ਪਾਤਸ਼ਾਹ ਜੀ ਰਸਤੇ ਦੇ ਵਿੱਚ ਕਰ ਰਹੇ ਹਨ। ਖੇਲਤ ਭਏ ਸ਼ਿਕਾਰ ਕੋ ਅਵੇ ਲੋਕ ਤਮਾਸ਼ੇ। ਤੇ ਸਤਿਗੁਰੂ ਜੀ ਰਸਤੇ ਦੇ ਵਿੱਚ ਕਈ ਤਰ੍ਹਾਂ ਦੇ ਸ਼ਿਕਾਰ ਪਾਤਸ਼ਾਹ ਜੀ ਨੇ ਆਪ ਕੀਤੇ ਹਨ, ਖੇਡੇ ਹਨ। ਤੇ ਸਾਰੇ ਦੇਖ ਦੇਖ ਕੇ ਪਾਤਸ਼ਾਹ ਜੀ ਦੇ ਬਲ ਨੂੰ ਹੈਰਾਨ ਹੁੰਦੇ ਹਨ, ਤਮਾਸ਼ੇ ਦੇਖਦੇ ਹਨ। ਜਥਾ ਕਰਮ ਮਗ ਉਗਲੰਤੇ ਸਲਤਾ ਤਟ ਆਏ। ਤੇ ਸਤਿਗੁਰੂ ਜੀ ਲੰਘਦੇ ਲੰਘਦੇ ਵੱਡੇ ਜਿਹੜੇ ਦਰਿਆ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਪਹੁੰਚ ਗਏ ਹਨ। ਕਰਨ ਬਾਣੀ ਪਾਰ ਸਭ ਕੇਵਟ ਸਮੁਦਾਏ। ਤੇ ਉਸੇ ਵੇਲੇ ਫਿਰ ਸਤਲੁਜ ਤੇ ਸਤਿਗੁਰਾਂ ਨੂੰ ਔਰ ਸਤਿਗੁਰਾਂ ਦੇ ਵੱਡੇ ਦਲ ਨੂੰ ਪਾਰ ਕਰਾਉਣ ਵਾਸਤੇ ਬਹੁਤ ਸਾਰੀ ਸਤਿਗੁਰਾਂ ਦੇ ਨਾਲ ਸੈਨਾ ਹੈ ਤੇ ਕਈ ਮਲਾਹ ਬੇੜੀਆਂ ਲੈ ਕਰਕੇ ਉੱਥੇ ਪਹੁੰਚੇ ਹਨ। ਇਕੱਤਰ ਬਹੁ ਆਵੈ ਇੱਕ ਜਾਈ। ਤੇ ਵੱਡੀਆਂ ਬੇੜੀਆਂ ਪਹਿਲਾਂ ਹੀ ਕੁਝ ਸਿੱਖਾਂ ਨੇ ਆ ਕੇ ਸੁਨੇਹਾ ਦੇ ਕਰਕੇ ਤੇ ਮਲਾਹ ਤੇ ਬੇੜੀਆਂ ਇਕੱਠੀਆਂ ਕਰ ਲਈਆਂ ਹਨ। ਸੈਨਾ ਨਾਲ ਹੈ ਪਾਤਸ਼ਾਹ ਜੀ ਦੇ। ਇਸ ਕਰਕੇ ਫਿਰ ਇੱਕ ਬੇੜੀ ਆਉਂਦੀ ਹੈ, ਇੱਕ ਜਾਂਦੀ ਹੈ, ਸੈਨਾ ਪਾਰ ਲੰਘ ਰਹੀ ਹੈ। ਸੋ ਭਟਣ ਸਹਿਤ ਭਵੰਗਨ ਮਨ ਦੇ ਪਾਰ ਲੰਘਾਈ। ਔਰ ਫਿਰ ਹੌਲੀ ਹੌਲੀ ਕਰਕੇ ਜਾਨਵਰਾਂ ਘੋੜਿਆਂ ਦੇ ਸਮੇਤ ਜਿਹੜੀ ਸਾਰੀ ਸੈਨਾ ਹੈ ਉਹ ਪਾਰ ਲੰਘਾਈ ਹੈ। ਬਹੁਤ ਕੋਲਾਹਲ ਘਾਟ ਪਰ ਭਰਪੂਰ ਚਲਾਵੈ। ਤੇ ਕਹਿਣ ਲੱਗੇ ਪੂਰਾਂ ਦੇ ਪੂਰਾ ਲੱਦ ਕਰਕੇ ਘੋੜਿਆਂ ਦੇ ਔਰ ਯੋਧਿਆਂ ਦੇ ਅਨੇਕਾਂ ਬੇੜੀਆਂ ਦੇ ਵਿੱਚ ਲਗਾਤਾਰ ਇਹ ਲੰਮਾ ਸਮਾਂ ਜਿਹੜਾ ਕਾਰਜ ਚੱਲਿਆ ਹੈ। ਮਲਾਹ ਤੇਜ਼ੀ ਦੇ ਨਾਲ ਬੇੜੀਆਂ ਚਲਾ ਰਹੇ ਹਨ। ਜਾਏ ਉਤਾਰਤ ਪਾਰ ਤੱਕ ਪੁਨ ਦੂਰ ਨ ਲਿਆਵੈ। ਤੇ ਸੈਨਾ ਨੂੰ ਲੱਦ ਕੇ ਪਾਰ ਜਾ ਕੇ ਲਾ ਦਿੰਦੇ ਹਨ ਤੇ ਕਾਲੀ ਦੇ ਨਾਲ ਫਿਰ ਬੇੜੀਆਂ ਵਾਪਸ ਲੈ ਕੇ ਆਉਂਦੇ ਹਨ। ਇਸ ਬਿਦ ਕੇਤਕ ਕਾਲ ਮੈਂ ਸਭ ਪਾਰ ਲੰਘਾਏ। ਤੇ ਕੁਝ ਕੁ ਸਮੇਂ ਦੇ ਬਾਅਦ ਸਾਰੀ ਜਿਹੜੀ ਸੈਨਾ ਹੈ ਉਹਨਾਂ ਮਲਾਹਾਂ ਨੇ ਪਾਰ ਲੰਘਾ ਦਿੱਤੀ ਹੈ। ਸ੍ਰੀ ਹਰਿਗੋਬਿੰਦ ਹੇਤ ਪੁਨ ਤਰਣੀ ਸ਼ੁਭ ਲਿਆਏ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਾਰ ਕਰਾਉਣ ਵਾਸਤੇ ਮਲਾਹ ਜਿਹੜੇ ਸਨ ਉਹ ਬੜੀ ਸੁੰਦਰ ਇੱਕ ਜਿਹੜੀ ਬੇੜੀ ਹੈ ਉਹ ਲੈ ਕਰਕੇ ਆਏ ਹਨ। ਨਵੀਨੀ ਦੀਰਘਾ ਪੋ ਰੰਗ ਲਗਾਏ। ਤੇ ਇਹ ਨਵੀਂ ਬੇੜੀ ਹੈ, ਬੜੀ ਸੁੰਦਰ ਹੈ ਤੇ ਕਈ ਤਰੀਕਿਆਂ ਦੇ ਰੰਗ ਲਾ ਲਾ ਕੇ ਸਜਾਈ ਹੋਈ ਹੈ। ਜਿਹੜੇ ਮਲਾਹ ਹੁੰਦੇ ਸਨ ਪੁਰਾਣੇ ਸਮੇਂ ਦੇ ਵਿੱਚ ਦਰਿਆਵਾਂ ਤੇ ਕਈ ਉਹਨਾਂ ਦੇ ਪਾਸ ਬੇੜੀਆਂ ਹੁੰਦੀਆਂ ਸਨ। ਤੇ ਜਦੋਂ ਕੋਈ ਧਨੀ ਆਦਮੀ ਜਾਂ ਰਾਜਾ ਬਾਦਸ਼ਾਹ ਮਹਾਰਾਜਾ ਕੋਈ ਇਸ ਤਰ੍ਹਾਂ ਦਾ ਪੁਰਸ਼ ਕੋਈ ਧਾਰਮਿਕ ਹਸਤੀ ਲੰਘਣੀ ਹੁੰਦੀ ਸੀ ਉਹਦੇ ਵਾਸਤੇ ਉਹਨਾਂ ਨੇ ਇੱਕ ਸਪੈਸ਼ਲ ਵੱਖਰੀ ਜਿਹੜੀ ਬੇੜੀ ਹੈ ਤਿਆਰ ਕਰਕੇ ਰੱਖੀ ਹੁੰਦੀ ਸੀ। ਸਧਾਰਨ ਬੰਦੇ ਨੂੰ ਸੀ ਨਹੀਂ ਉਹ ਚੜਾਉਂਦੇ। ਜਿਹੜਾ ਕੋਈ ਖਾਸ ਆਉਂਦਾ ਸੀ ਰਾਜਾ ਬਾਦਸ਼ਾਹ ਕੋਈ ਮਹਾਰਾਜਾ ਪੁਰਾਣੇ ਸਮੇਂ ਦੇ ਵਿੱਚ ਦਰਿਆਵਾਂ ਥਾਣੀ ਉਹ ਜਦੋਂ ਲੰਘਦੇ ਸਨ ਤੇ ਉਹਨਾਂ ਵਾਸਤੇ ਖਾਸ ਪ੍ਰਬੰਧ ਹੁੰਦਾ ਸੀ। ਇਹਨੇ ਬੜੀ ਸੁੰਦਰ ਇੱਕ ਬੇੜੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਲਿਆਂਦੀ ਹੈ। ਤੇ ਜਿਹੜੀ ਰਾਜਿਆਂ ਵਾਸਤੇ ਬਾਦਸ਼ਾਹਾਂ ਵਾਸਤੇ ਜਿਹੜੀ ਇੱਕ ਵੱਖਰੀ ਬਣਵਾ ਕੇ ਰੱਖਦੇ ਸਨ। ਤੇ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਸੋਭਾ ਵਡਿਆਈ ਉਹ ਬਾਦਸ਼ਾਹਾਂ ਨਾਲੋਂ ਵੀ ਕਿਤੇ ਵੱਡੀ ਹੈ। ਇਸ ਕਰਕੇ ਸਤਿਗੁਰਾਂ ਵਾਸਤੇ ਸੋਹਣੀ ਜਿਹੜੀ ਬੇੜੀ ਹੈ ਉਹ ਲੈ ਕਰਕੇ ਆਏ ਹਨ। ਗੁਰ ਪ੍ਰਸੰਨ ਗੁਰ ਕੋ ਕਰਨ ਤਟ ਪਰ ਥਿਰਕਾਰੀ। ਤੇ ਸਤਿਗੁਰਾਂ ਨੂੰ ਪ੍ਰਸੰਨ ਕਰਨ ਵਾਸਤੇ ਕੰਢੇ ਦੇ ਕੋਲ ਇਹਨਾਂ ਨੇ ਲਿਆ ਕਰਕੇ ਬੇੜੀ ਖਲਿਆਰੀ ਹੈ। ਹਾਥ ਜੋੜ ਕੈਵਟ ਤਵੈ ਬਿਨੈ ਪੁਚਾਰੀ। ਹੱਥ ਜੋੜ ਕੇ ਜਿਹੜਾ ਮਲਾਹ ਹੈ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੇਨਤੀ ਕਰਦਾ ਹੈ। ਮਹਾਰਾਜ ਸਭ ਬਾਹਨੀ ਹਮ ਪਾਰ ਲੰਘਾਈ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡੇ ਸੈਨਿਕ ਤੁਹਾਡੇ ਸਿੱਖ ਅਸੀਂ ਸਾਰੇ ਪਾਰ ਲੰਘਾ ਦਿੱਤੇ ਹਨ। ਰਾਵਰ ਕੇ
ਫੇਰ ਚੜਾਵਨੇ ਇਹ ਤਰਣੀ ਆਈ। ਤੇ ਹੁਣ ਤੁਹਾਨੂੰ ਪਾਰ ਲੰਘਾਉਣ ਵਾਸਤੇ ਆ ਜਿਹੜੀ ਸੋਹਣੀ ਬੇੜੀ ਹੈ ਅਸੀਂ ਲੈ ਕਰਕੇ ਆਏ ਹਾਂ। ਦਿਨ ਸਾਰੇ ਮੈਂ ਪਾਰ ਕਰ ਤਬ ਆਪ ਚੜੀਜੈ। ਸਾਰਾ ਦਿਨ ਲਾ ਕਰਕੇ ਤੁਹਾਡੇ ਸਾਥੀ ਪਾਰ ਲੰਘਾਏ ਹਨ ਪਾਤਸ਼ਾਹ ਜੀ, ਹੁਣ ਤੁਸੀਂ ਚਰਨ ਪਾਓ, ਇਸ ਬੇੜੀ ਦੇ ਵਿੱਚ ਬੈਠੋ ਜੀ। ਸਲਤਾ ਸਦਰਵ ਦੀਰਘਾ ਚੜ ਪਾਰ ਕਰੀਜੈ। ਤੇ ਜਿਹੜਾ ਵੱਡਾ ਇਹ ਦਰਿਆ ਹੈ ਸਤਲੁਜ, ਅਸੀਂ ਤੁਹਾਨੂੰ ਬਿਠਾ ਕਰਕੇ ਪਾਤਸ਼ਾਹ ਜੀ ਪਾਰ ਲੈ ਕਰਕੇ ਜਾਵਾਂਗੇ। ਸੁਨ ਕੇਵਟ ਕੀ ਬਿਨੈ ਕੋ ਉਠ ਚਲੇ ਕਿਰਪਾਲਾ। ਸਤਿਗੁਰਾਂ ਨੇ ਉਸ ਸੇਵਕ ਦੀ, ਉਸ ਮਲਾਦ ਦੀ ਬੇਨਤੀ ਸੁਣੀ ਹੈ। ਛੇਵੇਂ ਪਾਤਸ਼ਾਹ ਜੀ ਉੱਠ ਕੇ ਚੱਲ ਪਏ ਹਨ। ਸੈਲ ਕਰਾਵਤ ਨੀਰ ਕੋ ਲੈ ਚਲੇ ਵਿਸਾਲਾ। ਤੇ ਜਲ ਦੀ ਸੈਰ ਕਰਾਉਂਦਾ ਹੋਇਆ ਬੜੀ ਭਾਵਨਾ ਦੇ ਨਾਲ ਉਹ ਮਲਾਹ ਜਿਹੜਾ ਹੈ ਸਤਿਗੁਰਾਂ ਨੂੰ ਪਾਰ ਬੇੜੀ ਦੇ ਵਿੱਚ ਬਿਠਾ ਕਰਕੇ ਕਰਵਾ ਰਿਹਾ ਹੈ। ਪੁਰ ਪ੍ਰਸੰਨ ਸਤਿਗੁਰ ਕਰੇ ਗਨ ਦਰਬ ਦਿਵਾਏ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਵੱਡੀ ਸੇਵਾ ਬੜੀ ਭਾਵਨਾ ਦੇ ਨਾਲ ਇਹਨਾਂ ਨੇ ਕੀਤੀ ਹੈ। ਬੜਾ ਸਤਿਕਾਰ ਕੀਤਾ ਛੇਵੇਂ ਪਾਤਸ਼ਾਹ ਜੀ ਦਾ ਤੇ ਵੱਡਾ ਧਨ ਦੇ ਕੇ ਪਾਤਸ਼ਾਹ ਜੀ ਨੇ ਨਿਹਾਲ ਕੀਤਾ ਹੈ। ਰੀਨਾ ਰਜਤ ਪਨ ਪੰਜ ਸੈ ਕੇਵਟ ਹਰ ਖਾਏ। ਔਰ ਉਸ ਵੇਲੇ ਫਿਰ 500 ਜਿਹੜੀ ਮੋਹਰ ਹੈ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਵੇਲੇ ਉਹ ਜਿਹੜਾ ਮਲਾਹ ਹੈ ਉਸ ਨੂੰ ਸਤਿਗੁਰਾਂ ਨੇ ਦਿੱਤੀ ਹੈ, ਖੁਸ਼ ਹੋ ਕੇ ਪ੍ਰਸੰਨ ਹੋ ਕਰਕੇ। ਦੇਖੋ ਅਸਲ ਦੇ ਵਿੱਚ ਜਿਹੜਾ ਕੋਈ ਮਜ਼ਦੂਰ ਹੈ ਕੰਮ ਕਰਨ ਵਾਲਾ, ਦੁਪਹਿਰੇ ਧੁੱਪੇ ਕੋਈ ਆਇਆ ਹੈ, ਉਹਦੀ ਮਜ਼ਦੂਰੀ ਆਪਾਂ ਕਈ ਵਾਰੀ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਪਿਛਲੇ ਦੀਵਾਨਾਂ ਦੇ ਵਿੱਚ ਕਈਆਂ ਲੰਮੇ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ। ਜਿੱਥੇ ਅੱਜ ਦੇ ਸਮੇਂ ਦੇ ਵਿੱਚ ਬੰਦਾ ਕਈ ਵਾਰੀ ਦੇਖ ਲੈਂਦਾ ਹੈ ਇਹ ਤਾਂ ਗਰੀਬ ਹੈ, ਇਹਦੇ ਪਿੱਛੇ ਕੋਈ ਨਹੀਂ ਹੈ, ਤੇ ਇਸ ਤਰ੍ਹਾਂ ਹੁੰਦਾ ਹੀ ਹੈ। ਇਹਦੇ ਪਿੱਛੇ ਕਿਹੜਾ ਕੋਈ ਹੈ, ਉਹਦਾ ਕਈ ਵਾਰੀ ਹੱਕ, ਉਹਦਾ ਪੈਸਾ, ਕਈ ਕੁਛ ਉਹਦਾ ਦਬਾ ਲਿਆ ਜਾਂਦਾ, ਮਾਰ ਲਿਆ ਜਾਂਦਾ, ਇਹਦੇ ਪਿੱਛੇ ਕਿਹੜਾ ਕੋਈ ਹੈ, ਸਾਡੀ ਪਹੁੰਚ ਹੈ ਉੱਥੋਂ ਤੱਕ। ਪਰ ਦੇਖੋ ਆਪਾਂ ਹੋਰ ਵੀ ਬਚਨ ਸਰਵਣ ਕਰਦੇ ਹਾਂ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬਾਕੀ ਰਾਜੇ ਮਹਾਰਾਜੇ ਹੁੰਦੇ ਸਨ, ਆਮ ਲੋਕਾਂ ਨੂੰ, ਮਜ਼ਦੂਰਾਂ ਨੂੰ ਇਕੱਠਿਆਂ ਕਰਾ ਕੇ ਆਪਣੇ ਕਿਲੇ ਤੇ ਮਹਿਲ ਬਣਵਾ ਲੈਂਦੇ ਸਨ, ਪਰ ਮੁੜ ਕੇ ਉਹਨਾਂ ਨੂੰ ਪੈਸਾ ਕੋਈ ਨਹੀਂ ਸੀ ਦਿੰਦੇ, ਨਾ ਉਹ ਮਜ਼ਦੂਰ ਕਦੀ ਮੰਗ ਹੀ ਕਰਦੇ ਸਨ। ਪਤਾ ਹੈ ਜੇ ਮੰਗ ਕੀਤੀ ਤਾਂ ਇਹ ਫੜ ਕੇ ਮਾਰ ਦੇਣਗੇ, ਖਤਮ ਕਰ ਦੇਣਗੇ। ਪਰ ਛੇਵੇਂ ਪਾਤਸ਼ਾਹ ਜੀ ਨੂੰ ਆਪਾਂ ਪਿਛਲੇ ਦੀਵਾਨਾਂ ਦੇ ਵਿੱਚ ਵੀ ਸਰਵਣ ਕਰ ਰਹੇ ਸੀ, ਜਦੋਂ ਕੋਈ ਕਿਲਾ ਤਿਆਰ ਕਰਦੇ ਹਨ ਜਾਂ ਕੋਈ ਚੀਜ਼ ਬਣਾਉਂਦੇ ਹਨ, ਕੋਈ ਯਾਦਗਾਰ, ਕੋਈ ਧਰਮਸ਼ਾਲਾ, ਤੇ ਪਾਤਸ਼ਾਹ ਜੀ ਦੀ ਮਜ਼ਦੂਰਾਂ ਨੂੰ ਤੇ ਰਾਜ ਜਿਹੜੇ ਮਿਸਤਰੀ ਹਨ ਉਹਨਾਂ ਨੂੰ ਦੁੱਗਣੀ ਮਿਹਨਤ ਦੇ ਕੇ ਨਿਵਾਜਦੇ ਹਨ। ਦੁੱਗਣੀ ਪਾਤਸ਼ਾਹ ਜੀ ਉਹਨਾਂ ਦੀ ਬਣਦੀ ਜਿਹੜੀ ਮਿਹਨਤ ਹੈ ਉਸੇ ਵੇਲੇ ਉਹ ਤੋਂ ਦੁੱਗਣੀ ਮਿਹਨਤ ਦੇ ਕੇ ਨਿਵਾਜਦੇ ਹਨ। ਇਹ ਹੈ ਅਸਲ ਦੇ ਵਿੱਚ ਜਿਹੜਾ ਹੱਕ ਹੈ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਕਾਏ। ਕਾਹਦਾ ਸਿੱਖ ਹੈ, ਕਾਹਦੀ ਪਾਵਰ ਹੈ ਕੋਲ, ਜੇ ਕੋਈ ਗਰੀਬ ਕਹਿ ਰਿਹਾ ਹੋਵੇ ਕਿ ਇਹਨੇ ਮੇਰਾ ਹੱਕ ਮਾਰਿਆ, ਦੇ ਨਹੀਂ ਰਿਹਾ, ਤੇਰੀ ਕਾਹਦੀ ਸਿੱਖੀ ਹੈ। ਇਸ ਕਰਕੇ ਜਿਹੜੀ ਭੇਟਾ ਬਣਦੀ ਹੈ, ਜਿਹੜਾ ਲੋੜਵੰਦ ਹੈ, ਗਰੀਬ ਹੈ, ਉਹਨੂੰ 10 15 20 100 ਵੱਧ ਦੇ ਦਿਓ, ਕਦੇ ਉਹਦਾ ਹੱਕ ਨਾ ਮਾਰੋ। ਇਹ ਸਿੱਖੀ ਆਖਦੀ ਹੈ, ਸਿੱਖ ਧਰਮ ਆਖਦਾ ਹੈ। ਹੁਣ ਗਰੀਬ ਨਿਵਾਜ ਸਤਿਗੁਰਾਂ ਨੇ ਜਿਹੜੇ ਮਲਾਹ ਪਾਰ ਕਰ ਰਹੇ ਹਨ ਉਹਨਾਂ ਨੂੰ ਕਈ ਗੁਣਾ ਵੱਧ ਧਨ ਦੇ ਕੇ ਨਿਹਾਲ ਕੀਤਾ, ਖੁਸ਼ ਕੀਤਾ ਹੈ। ਉਤਰੇ ਪਾਰ ਕਰਾਰ ਪਰ ਸਤ ਦਰਵ ਜਲ ਹੇਰੇ। ਤੇ ਸਤਿਗੁਰਾਂ ਨੇ ਸਤਲੁਜ ਨੂੰ ਪਾਰ ਕਰਕੇ ਸੁੰਦਰ ਜਲ ਦੇਖਿਆ ਹੈ। ਸਕਲ ਬਾਣੀ ਰੁਚਰ ਥਲ ਕੀਨਸ ਤੈ ਜੈ ਡੇਰੇ। ਤੇ ਸਤਿਗੁਰਾਂ ਦੀ ਸੈਨਾ ਨੇ ਇੱਕ ਸੋਹਣਾ ਜਗ੍ਹਾ ਦੇਖ ਕੇ ਤੇ ਕੋਲ ਚੰਗਾ ਜਲ ਦਾ ਪ੍ਰਬੰਧ ਦੇ ਕੇ ਉੱਥੇ ਇੱਕ ਡੇਰਾ ਕਰ ਲਿਆ ਹੈ, ਉਤਾਰਾ ਕੀਤਾ ਹੈ। ਖਾਨ ਪਾਨ ਸਤਿਗੁਰ ਕਰੇ ਤਹ ਨਿਸੰਦ ਤਾਈ। ਲਾਂਗਰੀ ਸਿੰਘਾਂ ਨੇ ਖਾਣਾ ਪੀਣਾ ਤਿਆਰ ਕੀਤਾ ਹੈ, ਗੁਰੂ ਕਾ ਲੰਗਰ ਤਿਆਰ ਹੋਇਆ। ਸ਼ਾਮ ਦੇ ਵੇਲੇ ਪ੍ਰਸ਼ਾਦਾ ਛਕ ਕੇ ਇੱਕ ਰਾਤ ਛੇਵੇਂ ਪਾਤਸ਼ਾਹ ਜੀ ਨੇ ਸਤਲੁਜ ਦੇ ਕੰਢੇ ਬਤੀਤ ਕੀਤੀ ਹੈ। ਭਰਾ ਭਈ ਬਰਾਤ ਕਰ ਸਾਚ ਕੋ ਮੰਜੇ ਗੋਸਾਈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਦਿਨ ਚੜ੍ਹਿਆ ਹੈ,
ਤੇ ਪਹਿਲਾਂ ਦੀ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕੀਤਾ ਹੈ। ਮਾਲਕ ਦੇ ਚਰਨਾਂ ਦੇ ਨਾਲ ਸਤਿਗੁਰੂ ਜੀ ਛੇਵੇਂ ਗਰੀਬ ਨਿਵਾਜ ਜੁੜੇ ਹਨ। ਵਸਤਰ ਸ਼ਸਤਰ ਕੋ ਪੈਰ ਕੈ ਆਰੂਢ ਤੁਰੰਗਾ। ਤੇ ਸ਼ਸਤਰ ਵਸਤਰ ਪਹਿਨ ਕਰਕੇ ਛੇਵੇਂ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋਏ ਹਨ। ਗਮਨ ਕੀਨ ਸਤਿਗੁਰ ਪ੍ਰਭੂ ਜਿਨ ਕੋ ਜਸ ਗੰਗਾ। ਤੇ ਛੇਵੇਂ ਪਾਤਸ਼ਾਹ ਜੀ ਨੇ ਅੱਗੇ ਚੱਲਣਾ ਕੀਤਾ ਹੈ, ਜਿਨ੍ਹਾਂ ਦਾ ਜਸ ਨਿਰਮਲ ਜਲ ਦੀ ਤਰ੍ਹਾਂ ਹੈ, ਗੰਗਾ ਦੇ ਜਲ ਦੀ ਤਰ੍ਹਾਂ ਹੈ, ਜਿਨ੍ਹਾਂ ਦੀ ਵਡਿਆਈ ਪਵਿੱਤਰ ਸੋਭਾ ਸਾਰੀ ਦੁਨੀਆ ਦੇ ਵਿੱਚ ਹੋ ਰਹੀ ਹੈ। ਜਸਾ ਕਰਮ ਪਦ ਕੋ ਉਲੰਘ ਪਹੁੰਚੇ ਤਬ ਜਾਈ। ਤੇ ਸਤਿਗੁਰੂ ਜੀ ਫਿਰ ਇਸੇ ਤਰ੍ਹਾਂ ਮਾਰਗ ਨੂੰ ਲੰਘਦੇ ਹੋਏ, ਰਸਤਾ ਤੈਅ ਕਰਦੇ ਹੋਏ ਲਗਾਤਾਰ ਚੱਲ ਰਹੇ ਸਨ। ਸ੍ਰੀ ਕਰਤਾਰਪੁਰਾ ਜਹਾਂ ਗੁਰ ਰਚਿਓ ਬਨਾਈ। ਤੇ ਜਿੱਥੇ ਸਹਿ ਪਾਤਸ਼ਾਹ ਗਰੀਬ ਨਿਵਾਜ ਸਤਿਗੁਰਾਂ ਦਾ ਬਹੁਤ ਵੱਡਾ ਜਸ ਕਰਤਾਰਪੁਰ ਨਗਰ ਜਿਹੜਾ ਹੈ, ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੱਲਦੇ ਚੱਲਦੇ ਉੱਥੇ ਪਹੁੰਚੇ ਹਨ। ਸਰਬ ਜਹਾਂ ਪਰਵਾਰ ਹੈ ਗੁਰ ਕੋ ਹਿਤਕਾਰੀ। ਤੇ ਜਿੱਥੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਸਮਾਂ ਪਹਿਲਾਂ ਆਪਣਾ ਪਰਿਵਾਰ ਰੋਕ ਗਏ ਸਨ ਕਿ ਭਾਈ ਤੁਸੀਂ ਇੱਥੇ ਰੁਕੋ, ਅਸੀਂ ਅੱਗੇ ਜਾ ਰਹੇ ਹਾਂ। ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਪਰਿਵਾਰ ਰਹਿ ਰਿਹਾ ਹੈ ਉਹ ਕਰਤਾਰਪੁਰ, ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਅੰਤਲਾ ਸਮਾਂ ਜਿਹੜਾ ਬਤੀਤ ਕੀਤਾ ਸੀਗਾ, ਉੱਥੇ ਧਰਮਸ਼ਾਲਾ ਬਣੀ ਹੋਈ ਹੈ ਤੇ ਸਤਿਗੁਰਾਂ ਦਾ ਪਰਿਵਾਰ ਉੱਥੇ ਟਿਕਿਆ ਹੋਇਆ ਸੀਗਾ। ਹਿਰਦੈ ਪ੍ਰੀਖਤ ਰਹਿਤ ਹੈ ਕਬ ਦਰਸ਼ਨ ਨਿਹਾਰੀ। ਤੇ ਰੋਜ਼ ਉਡੀਕਦੇ ਰਹਿੰਦੇ ਹਨ ਕਿ ਛੇਵੇਂ ਪਾਤਸ਼ਾਹ ਜੀ ਸਾਨੂੰ ਇੱਥੇ ਰਹਿਣ ਦਾ ਹੁਕਮ ਕਰਕੇ ਤੇ ਆਪ ਚਲੇ ਗਏ ਸਨ। ਸਤਿਗੁਰਾਂ ਦੇ ਪੁੱਤਰ, ਸਤਿਗੁਰਾਂ ਦੇ ਪੋਤਰੇ ਔਰ ਨਗਰ ਦੀ ਸਾਰੀ ਸੰਗਤ ਉੱਥੇ ਹੈ। ਤੇ ਉੱਥੇ ਹੀ ਬਾਬਾ ਗੁਰਦਿੱਤਾ ਜੀ ਹਨ ਪਿਛਲੇ ਸਮੇਂ ਤੋਂ, ਤੇ ਕਹਿਣ ਲੱਗੇ ਕਿ ਹੁਣ ਹਿਰਦੇ ਪ੍ਰਤੀਖਨ ਰਹਿਤ ਹੈ ਕਬ ਦਰਸ਼ਨ ਨਿਹਾਰੀ। ਕਦੋਂ ਪਿਤਾ ਜੀ ਦੇ ਔਰ ਸੰਗਤ ਉਡੀਕ ਰਹੀ ਹੈ, ਛੇਵੇਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਬਨਤਾ ਨੁਖਾ ਸਪੁੱਤਰ ਬਸ ਅਰ ਪੌਤਰ ਅਸ਼ੇਰੇ। ਤੇ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਵੀ ਉੱਥੇ ਹਨ ਔਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ 9 ਪੁੱਤਰ ਪੋਤਰੇ, ਵੱਡਾ ਜਿਹੜਾ ਪਰਿਵਾਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰੁਕਿਆ ਹੈ। ਕਬ ਕਰ ਹੈ ਆਪ ਗਵਨ ਕੋ ਇਮ ਚਹਿਤ ਕਨੇਰੇ। ਕਦੋਂ ਛੇਵੇਂ ਪਾਤਸ਼ਾਹ ਜੀ ਆਉਣਗੇ, ਅਸੀਂ ਦਰਸ਼ਨ ਕਰਾਂਗੇ। ਬੜਾ ਚਾਉ, ਕਨੇਰੀ ਜਿਹੜੀ ਇੱਛਾ ਸਾਰੀ ਸੰਗਤ ਦੇ ਵਿੱਚ ਹੈ। ਗੁਰੂ ਦੂਰਪੁਰ ਤੇ ਫਤਿਹ ਤੌਂਸਾ ਤੁਮਕਾਰੇ। ਤੇ ਸਤਿਗੁਰੂ ਜੀ ਅਜੇ ਦੂਰ ਸਨ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ, ਤੇ ਪਰ ਅੱਗੇ ਅੱਗੇ ਜਿਹੜੇ ਆ ਰਹੇ ਨਗਾਰਚੀ ਸਿੰਘ ਸਨ, ਜਦੋਂ ਉਹ ਨਗਾਰਿਆਂ ਤੇ ਚੋਟਾਂ ਲਾ ਰਹੇ ਸਨ ਤੇ ਬਹੁਤ ਵੱਡੀ ਢੌਂਸਿਆਂ ਦੀ, ਨਗਾਰਿਆਂ ਦੀ ਜਿਹੜੀ ਆਵਾਜ਼ ਹੈ ਕਰਤਾਰਪੁਰ ਦੀ ਸੰਗਤ ਦੇ ਕੰਨਾਂ ਦੇ ਵਿੱਚ ਪਈ ਹੈ। ਧਰਨ ਸੁਣੀ ਤੁਨ ਕਾਨ ਮੈਂ ਚਿਤ ਕੀਨ ਵਿਚਾਰੇ। ਤੇ ਆਵਾਜ਼ ਸੁਣਦਿਆਂ ਸਾਰੇ ਮਨ ਦੇ ਵਿੱਚ ਵਿਚਾਰਾਂ ਕਰ ਰਹੇ ਹਨ। ਲੱਗਦਾ ਹੈ ਨਗਾਰਿਆਂ ਦੀ ਆਵਾਜ਼ ਹੈ। ਭਾਵੇਂ ਉਸ ਵੇਲੇ ਹੋਰ ਵੀ ਕਈ ਰਿਆਸਤਾਂ ਦੇ ਰਾਜੇ ਜਾਂ ਹੋਰ ਸੈਨਾ ਵੀ ਨਗਾਰੇ ਰੱਖਦੀ ਹੈ, ਆਵਾਜ਼ ਸੁਣ ਕੇ ਤੇ ਹਿਸਾਬ ਕਿਤਾਬ ਲਾ ਰਹੇ ਹਨ। ਲੱਗਦਾ ਹੈ ਪਾਤਸ਼ਾਹ ਜੀ ਆ ਗਏ ਹਨ। ਨਿਸ਼ਚੈ ਕਰ ਆਗਮਨ ਗੁਰ ਬੜ ਆਨੰਦ ਰਾਜੇ। ਤੇ ਜਦੋਂ ਨਿਸ਼ਚਾ ਹੋ ਗਿਆ, ਕੁਝ ਜਾਣਿਆਂ ਨੇ ਜਾ ਕੇ ਦੇਖ ਕੇ ਦੱਸਿਆ ਹੈ ਜਾਂ ਗੁਰੂ ਕਾ ਸਿੱਖ ਪਹਿਲਾਂ ਪਹੁੰਚਿਆ ਹੈ, ਜਦੋਂ ਨਿਸ਼ਚਾ ਹੋ ਗਿਆ ਛੇਵੇਂ ਪਾਤਸ਼ਾਹ ਜੀ ਆਏ ਹਨ, ਸਾਰਿਆਂ ਦੇ ਮਨ ਆਨੰਦ ਦੇ ਨਾਲ ਭਰ ਗਏ, ਖਿੜ ਗਏ ਹਨ। ਮਨੋ ਮੋਰ ਕਨ ਘੋਰ ਤੇ ਕਰ ਸ਼ੋਰ ਉਪਾਜੇ। ਜਿਸ ਤਰ੍ਹਾਂ ਬੱਦਲ ਹੋਣ ਦੇ ਕਰਕੇ ਤੇ ਜਦੋਂ ਲਿਸ਼ਕ ਹੁੰਦੀ ਹੈ ਅਸਮਾਨ ਦੇ ਵਿੱਚ, ਬੱਦਲ ਘੁਲਦੇ ਹਨ, ਆਵਾਜ਼ ਆਉਂਦੀ ਹੈ ਉਹਨਾਂ ਦੀ, ਤੇ ਮੋਰ ਪਹਿਲਾਂ ਪਾਉਂਦੇ ਹਨ। ਉਸੇ ਤਰ੍ਹਾਂ ਗੁਰੂ ਕੇ ਸਿੱਖ ਚਾਉ ਦੇ ਨਾਲ ਦੌੜ ਰਹੇ ਹਨ। ਛੇਵੇਂ ਪਾਤਸ਼ਾਹ ਜੀ ਨੂੰ ਉਡੀਕ ਰਹੇ ਸਾਂ। ਪਾਤਸ਼ਾਹ ਜੀ ਨਗਾਰਿਆਂ ਦੀ ਆਵਾਜ਼ ਆ ਰਹੀ ਹੈ, ਗਰੀਬ ਨਿਵਾਜ ਸਤਿਗੁਰੂ ਜੀ ਆਏ ਹਨ। ਇਸ ਉਤ ਦੌੜਤ ਨਰ ਫਿਰੈ ਕੋ ਕਾਹ ਸੁਨਾਵੈ। ਬੱਦਲਾਂ ਨੂੰ ਦੇਖ ਕੇ ਜਿਵੇਂ ਮੋਰ ਭੱਜਦੇ ਹਨ, ਦੌੜਦੇ ਹਨ, ਪਹਿਲਾਂ ਪਾਉਂਦੇ ਹਨ, ਇਸੇ ਤਰ੍ਹਾਂ ਗੁਰੂ ਕੇ ਪਿਆਰੇ ਚਾਉ ਦੇ ਨਾਲ ਤਿਆਰੀਆਂ ਕਰਨ ਲੱਗ ਪਏ, ਇੱਧਰ ਉੱਧਰ ਦੌੜ ਰਹੇ ਹਨ। ਬੜੀ ਕਾਹਲੀ ਦੇ ਨਾਲ ਸਤਿਗੁਰਾਂ ਦੀ ਆਓ ਭਗਤ ਵਾਸਤੇ, ਸਨਮਾਨ ਵਾਸਤੇ ਖਬਰ ਪਹਿਲਾਂ ਵੀ ਮਿਲ ਗਈ ਹੈ
ਕਿ ਛੇਵੇਂ ਪਾਤਸ਼ਾਹ ਜੀ ਨੇ ਬਹੁਤ ਵੱਡਾ ਜੰਗ ਕੀਤਾ ਹੈ ਤੇ ਜਿੱਤ ਪ੍ਰਾਪਤ ਕੀਤੀ ਹੈ। ਇਸ ਕਰਕੇ ਸੰਗਤਾਂ ਦੇ ਮਨ ਦੇ ਵਿੱਚ ਦੁੱਗਣਾ ਚੌਗਣਾ ਚਾਉ ਹੈ। ਕਰਤ ਕੋਲਾਹਲ ਆਪ ਮੈਂ ਸੇ ਸਤਿਗੁਰ ਆਵੈ। ਤੇ ਇੱਕ ਦੂਜੇ ਦੇ ਨਾਲ ਗੱਲਾਂ ਕਰ ਰਹੇ ਹਨ, ਰੌਲਾ ਪੈ ਰਿਹਾ ਹੈ ਸਾਰੇ ਨਗਰ ਦੇ ਵਿੱਚ। ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਦੱਸ ਰਹੇ ਹਨ ਕਿ ਭਾਈ ਛੇਵੇਂ ਪਾਤਸ਼ਾਹ ਜੀ ਆ ਰਹੇ ਹਨ। ਸਗਰੇ ਪੁਰ ਮੈਂ ਸੁਧ ਪਾਈ ਸਭ ਤਿਆਗਿਓ ਕਾਜਾ। ਤੇ ਜਿਹਨੂੰ ਫਿਰ ਖਬਰ ਮਿਲੀ ਹੈ, ਗੱਲ ਜਿਹਨੇ ਸੁਣੀ ਹੈ, ਆਪਣੇ ਆਪਣੇ ਕੰਮਕਾਰ ਵਿੱਚ ਹੀ ਛੱਡ ਦਿੱਤੇ, ਦੌੜ ਪਏ ਹਨ ਕਿ ਆਓ ਸਤਿਗੁਰਾਂ ਦਾ ਸਵਾਗਤ ਕਰੀਏ, ਪਾਤਸ਼ਾਹ ਜੀ ਆ ਰਹੇ ਹਨ। ਤਤ ਪਰ ਇੱਕ ਗੁਰ ਦੇਖਵੇ ਰਈਅਤ ਨਿਜ ਰਾਜਾ। ਤੇ ਜਿਸ ਤਰ੍ਹਾਂ ਇੱਕ ਚੰਗਾ ਰਾਜਾ ਕਿਸੇ ਰਿਆਸਤ ਦਾ ਹੋਵੇ ਤੇ ਜਿਹੜਾ ਜਨਤਾ ਦਾ ਭਲਾ ਕਰਦਾ ਹੋਵੇ ਤੇ ਜਿਹਦਾ ਜਨਤਾ ਦਾ ਰਾਜੇ ਦੇ ਨਾਲ ਪਿਆਰ ਹੋਵੇ। ਪਹਿਲੇ ਸਮੇਂ ਦੇ ਵਿੱਚ ਜਿਹੜੀ ਪ੍ਰਜਾ ਹੈ ਰਾਜੇ ਨੂੰ ਰੱਬ ਦੀ ਤਰ੍ਹਾਂ ਸਤਿਕਾਰਦੀ ਸੀ, ਪੂਜਦੀ ਸੀ। ਪਰ ਜੇ ਰਾਜਾ ਧਰਮੀ ਹੋਵੇ, ਇੰਝ ਲੱਗਦਾ ਹੈ ਜਿਵੇਂ ਕਿਸੇ ਨਗਰ ਦੇ ਵਿੱਚ ਕੋਈ ਧਰਮੀ ਰਾਜਾ ਆ ਰਿਹਾ ਹੋਵੇ ਤੇ ਲੋਕ ਬੜੇ ਪ੍ਰਸੰਨ ਹੋ ਜਾਂਦੇ ਹਨ, ਰਾਜਾ ਆ ਰਿਹਾ ਹੈ ਸਾਡੇ ਨਗਰ ਦੇ ਵਿੱਚ। ਐਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਹਨ, ਜਿਨ੍ਹਾਂ ਦੀ ਸ਼ਾਨ ਬਾਦਸ਼ਾਹ ਨਾਲੋਂ ਵੱਡੀ ਹੈ। ਔਰ ਪਾਤਸ਼ਾਹ ਜੀ ਦੇ ਆਉਣ ਦੇ ਕਰਕੇ ਸਾਰੇ ਨਗਰ ਦੇ ਲੋਕ ਬੜੇ ਪ੍ਰਸੰਨ ਚਾਉ ਦੇ ਨਾਲ ਭੱਜ ਰਹੇ ਹਨ। ਸ੍ਰੀ ਗੁਰ ਦਿੱਤਾ ਹੈ ਚੜਿਓ ਸੂਰਜ ਮਲ ਸੰਗਾ। ਔਰ ਸਤਿਗੁਰਾਂ ਦਾ ਸੁਪੁੱਤਰ ਭਾਈ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਜੀ ਘੋੜੇ ਤੇ ਚੜ੍ਹ ਗਏ। ਬਾਬਾ ਸੂਰਜਮਲ ਜੀ ਵੀ ਸਵਾਰ ਹੋ ਗਏ ਹਨ। ਤੇਗ ਬਹਾਦਰ ਤੁਰੰਤ ਚੜ ਮੰਗਵਾਏ ਤੁਰੰਗਾ। ਔਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਦਾ ਛੋਟੀ ਅਵਸਥਾ ਦੇ ਵਿੱਚ ਨਾਮ ਸੀਗਾ ਤਿਆਗਮੱਲ ਜੀ, ਬਾਬਾ ਤਿਆਗਮੱਲ ਜੀ ਵੀ ਘੋੜੇ ਤੇ ਸਵਾਰ ਹੋ ਗਏ। ਪਿਤਾ ਜੀ ਆ ਗਏ ਹਨ, ਬੜੇ ਖੁਸ਼ ਪ੍ਰਸੰਨ ਹਨ। ਅਮਰ ਲੋਕ ਬਹੁ ਚੜ ਚਲੇ ਹੋਏ ਇਨਕੇ ਸਾਥਾ। ਔਰ ਹੋਰ ਵੀ ਲੋਕ ਜਿਨ੍ਹਾਂ ਦੇ ਕੋਲ ਜਿਸ ਤਰ੍ਹਾਂ ਦਾ ਸਾਧਨ ਹੈ, ਨਗਾਰਿਆਂ ਦੀ ਆਵਾਜ਼ ਸੁਣਦੇ ਹੋਏ ਅਪਰ ਲੋਕ ਬਹੁਤ ਚੜ ਚਲੇ ਹੋਏ ਤਿਨਕੇ ਸਾਥਾ। ਉਹ ਵੀ ਨਾਲ ਨਾਲ ਆਪਣੀ ਆਪਣੀ ਜਿਸ ਤਰ੍ਹਾਂ ਦੀ ਕਿਸੇ ਕੋਲ ਘੋੜੀ ਸਵਾਰੀ ਹੈ, ਸਾਰੇ ਪਾਤਸ਼ਾਹ ਜੀ ਨੂੰ ਅੱਗੋਂ ਲੈਣ ਵਾਸਤੇ ਕਈ ਮੀਲ ਪਹਿਲਾਂ ਹੀ ਨਗਾਰਿਆਂ ਦੀ ਆਵਾਜ਼ ਗੂੰਜਣੀ ਸ਼ੁਰੂ ਹੋ ਗਈ ਹੈ। ਨਗਰ ਤੋਂ ਬਾਹਰ ਸੰਗਤ ਆ ਰਹੀ ਹੈ। ਲੈ ਪ੍ਰਸਾਦ ਮਨ ਭਾਵਤੇ ਅਵਲੋਕਨ ਨਾਥਾ। ਤੇ ਕਈਆਂ ਨੇ ਤਾਂ ਫਿਰ ਘਰਾਂ ਦੇ ਵਿੱਚੋਂ ਬਹੁਤ ਸਾਰੀਆਂ ਵਸਤੂਆਂ ਜਿਸ ਤਰ੍ਹਾਂ ਦੀਆਂ ਤਿਆਰ ਸਨ, ਕਈਆਂ ਨੇ ਕਾਹਲੀ ਦੇ ਨਾਲ ਤਿਆਰ ਵੀ ਕਰਨ ਲੱਗ ਪਏ ਕਿ ਛੇਵੇਂ ਪਾਤਸ਼ਾਹ ਜੀ ਆ ਰਹੇ ਹਨ ਤੇ ਵੱਡੀ ਸੈਨਾ ਨਾਲ ਹੈ ਤੇ ਪਤਾ ਨਹੀਂ ਕਿੱਥੋਂ ਪ੍ਰਸ਼ਾਦਾ ਛਕਿਆ ਹੋਏਗਾ, ਕੈਸੀ ਉਹਨਾਂ ਦੀ ਅਵਸਥਾ ਹੋਏਗੀ। ਇਸ ਕਰਕੇ ਜੋ ਵੀ ਘਰਾਂ ਦੇ ਵਿੱਚ ਤਿਆਰ ਹੈ, ਜਲ ਪਾਣੀ ਕਈ ਕਾਲੀ ਦੇ ਨਾਲ ਬਣਾਉਣ ਲੱਗ ਪਏ। ਲੈ ਕਰਕੇ ਨਗਰ ਤੋਂ ਬਾਹਰ ਪਾਤਸ਼ਾਹ ਜੀ ਵੱਲ ਆ ਰਹੇ ਹਨ। ਆਏ ਅਗਾਊ ਗੁਰ ਮਿਲੇ ਪਗ ਪੰਕਜ ਬੰਦੇ। ਤੇ ਕੋਲ ਪਹੁੰਚ ਕਰਕੇ ਬੜੇ ਚਾਅ ਦੇ ਨਾਲ, ਪ੍ਰੇਮ ਦੇ ਨਾਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਵੰਦਨਾ ਕਰ ਰਹੇ ਹਨ। ਸ੍ਰੀ ਹਰਗੋਬਿੰਦ ਚੰਦ ਪਿਖ ਆਨੰਦ ਮਿਲੰਦੇ। ਔਰ ਇਸ ਤਰ੍ਹਾਂ ਲੱਗਿਆ ਹੈ ਜਿਵੇਂ ਨਗਰ ਦੇ ਵਿੱਚ ਚੰਦ ਚੜ ਗਿਆ ਹੋਵੇ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਵੱਡੀ ਸ਼ਾਨ, ਵੱਡੀ ਸੋਭਾ ਹੈ। ਇੰਝ ਲੱਗਦਾ ਸਾਰੇ ਨਗਰ ਦੇ ਵਿੱਚ ਦਿਨ ਚੜ ਗਿਆ ਹੋਵੇ, ਪ੍ਰਕਾਸ਼ ਹੋ ਗਿਆ ਹੋਵੇ। ਗਰੀਬ ਨਿਵਾਜ ਪਾਤਸ਼ਾਹ ਜੀ ਚੰਦ ਸਰੂਪ, ਚੰਦ ਵਰਗੇ ਗੋਲ ਚਿਹਰੇ ਵਾਲੇ ਪਾਤਸ਼ਾਹ ਬਲੀ ਸੂਰਮੇ ਗਰੀਬ ਨਿਵਾਜ ਆਏ ਹਨ। ਕੁਸ਼ਲ ਪ੍ਰਸ਼ਨ ਕਰ ਸਵਨ ਸੋ ਆਗੇ ਪੁਨ ਚਾਲੇ। ਤੇ ਜਿਹੜੇ ਸਿੱਖ ਅੱਗੇ ਜਾ ਕਰਕੇ ਮਿਲੇ ਗੁਰੂ ਕੇ ਪਰਿਵਾਰ, ਸਤਿਗੁਰਾਂ ਨੇ ਸੁਖ ਸ਼ਾਂਤੀ ਵਾਲੇ ਪ੍ਰਸ਼ਨ ਉਹਨਾਂ ਸਾਰਿਆਂ ਤੋਂ ਹਾਲ ਚਾਲ ਪੁੱਛਿਆ ਹੈ। ਫਿਰ ਉਹਨਾਂ ਨੂੰ ਨਾਲ ਲੈ ਕਰਕੇ ਅੱਗੇ ਚੱਲ ਪਏ ਹਨ। ਨਿਕਸੇ ਪੁਰ ਤੇ ਬ੍ਰਿੰਦ ਨਾਰ ਗਮਨੇ ਭਗ ਨਾਲੇ। ਔਰ ਇਤਨੇ ਵਿੱਚ ਬਹੁਤ ਸਾਰੀ ਸੰਗਤ ਤੇ ਹੋਰ ਵੀ ਨਗਰਾਂ ਦੇ ਲੋਕ ਕਾਲੀ ਦੇ ਨਾਲ ਆਉਣੇ ਆਰੰਭ ਹੋ ਗਏ। ਜਿੱਥੇ ਜਿਹੜੇ ਪਿੰਡ ਦੇ ਵਿੱਚ ਆਵਾਜ਼ ਸੁਣੀ ਹੈ, ਹਿਸਾਬ ਕਿਤਾਬ ਲਾ ਕਰਕੇ ਸੰਗਤ ਵੱਡੀ ਗਿਣਤੀ ਦੇ ਜੁੜਨੀ ਸ਼ੁਰੂ ਹੋ ਗਈ ਹੈ। ਸੋ ਆਗੇ ਆਵਤ ਮਿਲੇ ਜੇ ਭੇਟ ਅਗੇਰੇ। ਤੇ ਬੇਅੰਤ ਐਸੇ ਪੁਰਸ਼ ਜਿਹੜੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ। ਕਈ ਤਰ੍ਹਾਂ ਦੀਆਂ ਭੇਟਾਵਾਂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖਦੇ ਹਨ। ਚਰਨ ਸਰੋਜਨ ਪਰਸ ਤੇ ਤਰ ਮੋਦ ਕਨੇਰੇ। ਤੇ ਸਤਿਗੁਰਾਂ ਦੇ ਚਰਨ ਪਰਸ ਕੇ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਤੇ ਮਸਤਕ ਰੱਖ ਕੇ ਬੜੇ ਪ੍ਰਸੰਨ ਹੁੰਦੇ ਹਨ, ਧੰਨ ਭਾਗਾਂ ਵਾਲੇ ਸਮਝਦੇ ਹਨ।
ਤੇ ਸਤਿਗੁਰਾਂ ਨੂੰ ਸਹੀ ਸਲਾਮਤ 9/9 ਦੇਖ ਕੇ ਜੰਗ ਕਰਕੇ ਪਾਤਸ਼ਾਹ ਜੀ ਪਰਤੇ ਹਨ। ਇਸ ਕਰਕੇ ਸੰਗਤ ਖੁਸ਼ ਪ੍ਰਸੰਨ ਹੈ। ਸਤਿਸੋ ਸਤਿਗੁਰ ਬੋਲ ਕਰ ਪ੍ਰੇ ਬਾਗ ਵਿਸਾਲੇ। ਤੇ ਸਤਿਗੁਰੂ ਜੀ ਸਾਰਿਆਂ ਦੇ ਨਾਲ ਜਿਹੜਾ ਕੋਈ ਆ ਕੇ ਮਿਲਦਾ ਹੈ, ਪਾਤਸ਼ਾਹ ਜੀ ਬੜੇ ਪਿਆਰ ਦੇ ਨਾਲ, ਬੜੇ ਸੰਗਤ ਦੇ ਮਨ ਦੇ ਵਿੱਚ ਵੀ ਬੜਾ ਚਾਅ ਹੈ ਤੇ ਸਤਿਗੁਰੂ ਜੀ ਪ੍ਰੇਮ ਦੇ ਨਾਲ ਉਹਨਾਂ ਦੇ ਨਾਲ ਵਿਚਾਰਾਂ ਗੱਲਾਂ ਕਰਦੇ ਹਨ। ਚਲੇ ਅਗਾਰੀ ਕੋ ਪ੍ਰਭੂ ਬੜ ਸ਼ੋਭਾ ਨਾਲੇ। ਤੇ ਨਗਰ ਨੇ ਬਹੁਤ ਵੱਡਾ ਸਵਾਗਤ ਕੀਤਾ ਹੈ। ਅੱਗੋਂ ਲੈਣ ਵਾਸਤੇ ਬੇਅੰਤ ਲੋਕ ਪਹੁੰਚੇ ਹਨ ਤੇ ਕਹਿਣ ਲੱਗੇ ਪਾਤਸ਼ਾਹ ਜੀ ਦੀ ਵੱਡੀ ਸ਼ੋਭਾ ਹੈ, ਬਹੁਤ ਵੱਡੀ ਸੈਨਾ ਨਾਲ ਆ ਰਹੀ ਹੈ। ਤੇ ਕਹਿਣ ਲੱਗੇ ਚਲੇ ਅਗਾਰੀ ਕੋ ਪ੍ਰਭੂ ਵੱਡ ਸ਼ੋਭਾ ਨਾਲੇ। ਜਿਨ੍ਹਾਂ ਦੀ ਬਹੁਤ ਵੱਡੀ ਸ਼ੋਭਾ ਹੈ, ਪਾਤਸ਼ਾਹ ਜੀ ਪਿੱਛੇ ਵੱਡੀ ਸੈਨਾ ਹੈ, ਅੱਗੇ ਅੱਗੇ ਪਾਤਸ਼ਾਹ ਜੀ ਆਪ ਚੱਲ ਰਹੇ ਹਨ। ਸੈਨਾ ਸਭ ਪਛਾਤ ਕਰ ਏਕਲ ਹੋਏ ਆਗੇ। ਤੇ ਸੈਨਾ ਹੁਣ ਪਾਤਸ਼ਾਹ ਜੀ ਨੇ ਵੱਡੀ ਸੰਗਤ ਨੂੰ ਦੇਖਦਿਆਂ ਹੋਇਆਂ ਪਛਾਣ ਕਰ ਦਿੱਤੀ ਹੈ ਤੇ ਗਰੀਬ ਨਿਵਾਜ ਕੁਝ ਕੁ ਮੁੱਖ ਜਿਹੜੇ ਸੇਵਕ ਨਾਲ ਹਨ, ਸਤਿਗੁਰੂ ਜੀ ਅੱਗੇ ਅੱਗੇ ਆ ਰਹੇ ਹਨ। ਧਰ ਧਰ ਪਹੁੰਚੈ ਪ੍ਰੇਮ ਜੋ ਪਗ ਪੰਕਜ ਲਾਗੇ। ਤੇ ਸਤਿਗੁਰਾਂ ਦੇ ਅੱਗੇ ਵਸਤੂਆਂ ਧਰ ਧਰ ਕੇ ਬੜੇ ਪ੍ਰੇਮ ਦੇ ਨਾਲ ਚਰਨਾਂ ਤੇ ਬੰਦਨਾ ਕਰਦੇ ਹਨ, ਖੁਸ਼ ਹੁੰਦੇ ਹਨ। ਸੰਗਤ ਨਗਰ ਦੀ ਬੜੀ ਪ੍ਰਸੰਨ ਹੋ ਰਹੀ ਹੈ। ਆਏ ਪਰਵੇਸ਼ੇ ਪੁਰੀ ਦਰ ਜਨ ਉਦਿਓ ਸੋ ਚੰਦੂ। ਕਹਿਣ ਲੱਗੇ ਕਿ ਹੁਣ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੰਝ ਲੱਗਦਾ ਜਿਸ ਤਰ੍ਹਾਂ ਚੰਦਰਮਾ ਚੜ੍ਹ ਗਿਆ ਹੋਵੇ। ਪੁਰੀ ਦੇ ਵਿੱਚ, ਨਗਰ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ, ਪ੍ਰਵੇਸ਼ ਕੀਤਾ ਹੈ। ਨਿਜ ਦਰ ਦਰ ਦਾਰਾ ਕਰੀ ਲੈ ਮਾਲ ਮਿਲੰਦ। ਤੇ ਰਸਤੇ ਦੇ ਵਿੱਚ ਆਸ-ਪਾਸ ਘਰਾਂ ਦੇ ਵਿੱਚ ਬਹੁਤ ਸਾਰੀਆਂ ਸਵਾਣੀਆਂ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਸੁੰਦਰ ਮਾਲਾ ਲੈ ਲੈ ਕੇ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਸਤਿਕਾਰ ਕਰ ਰਹੇ ਹਨ। ਪਹਿਰਾਵਤ ਗੁਰ ਕੇ ਗਰੇ ਗਨ ਪੁਸ਼ਪ ਵਸਾਵੇਂ। ਤੇ ਕਈ ਸਤਿਗੁਰਾਂ ਨੂੰ ਮਾਲਾ ਪਹਿਨਾਉਣ ਦੀ ਇੱਛਾ ਰੱਖਦੇ ਹਨ, ਮਾਲਾ ਪਹਿਨਾਉਂਦੇ ਹਨ ਤੇ ਬਹੁਤ ਸਾਰੇ ਫੁੱਲਾਂ ਦੇ ਨਾਲ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਵਾਗਤ ਕਰਦੇ ਹਨ, ਵਰਖਾ ਕਰ ਰਹੇ ਹਨ। ਬਾਰ ਬਾਰ ਕਰ ਆਰਤੀ ਸਨਮੁਖ ਦਰਸਾਵੇਂ। ਤੇ ਜਿਸ ਤਰ੍ਹਾਂ ਦੂਜੇ ਧਰਮਾਂ ਦੇ ਵਿੱਚ ਆਪਣੇ ਇਸ਼ਟ ਨੂੰ ਖੁਸ਼ ਕਰਨ ਵਾਸਤੇ ਲੋਕ ਆਰਤੀ ਕਰਦੇ ਹਨ, ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖੋ ਭਾਵਨਾ ਸਹਿਤ ਬੜੇ ਪਿਆਰ ਦੇ ਨਾਲ ਲੋਕ ਬਹੁਤ ਵੱਡਾ ਸਨਮਾਨ ਕਰ ਰਹੇ ਹਨ, ਬਹੁਤ ਵੱਡਾ ਸਤਿਕਾਰ ਕਰ ਰਹੇ ਹਨ, ਝੁਕਦੇ ਹਨ, ਅੱਗੇ ਭੇਟਾਵਾਂ ਰੱਖਦੇ ਹਨ। ਬਲਿਹਾਰੀ ਹੋਏ ਪ੍ਰੇਮ ਸੋ ਗੁਰ ਮੂਰਤ ਹੈਰੈ। ਤੇ ਸਤਿਗੁਰਾਂ ਦੀ ਸੁੰਦਰ ਮੂਰਤ ਦੇਖ ਕਰਕੇ, ਸੋਹਣਾ ਸਰੂਪ ਦੇਖ ਕਰਕੇ ਬਲਿਹਾਰ ਸਦਕੇ ਜਾਂਦੇ ਹਨ। ਗਰੀਬ ਨਿਵਾਜ ਸਤਿਗੁਰਾਂ ਦੇ ਦਰਸ਼ਨ ਕਰਕੇ ਧੰਨ ਹੋ ਰਹੇ ਹਨ। ਸੁਨੀਲ ਰਾਈ ਤੁਰਕ ਗਨ ਕਰ ਫਤਿਹ ਕਨੇਰੈ। ਤੇ ਨਗਰ ਨਿਵਾਸੀਆਂ ਨੇ ਪਹਿਲਾਂ ਹੀ ਸੁਣ ਲਿਆ ਸੀਗਾ ਕਿ ਸਤਿਗੁਰਾਂ ਦੀ ਤੁਰਕਾਂ ਦੇ ਨਾਲ ਬਹੁਤ ਵੱਡੀ ਲੜਾਈ ਹੋਈ ਹੈ, ਬਹੁਤ ਵੱਡਾ ਜੰਗ ਹੋਇਆ ਹੈ। ਸੁਣੀ ਲੜਾਈ ਤੁਰਕ ਗਨ ਬਾਟ ਕਰ ਫਤਿਹ ਕਨੇਰੇ। ਏਡੀ ਵੱਡੀ ਸੈਨਾ ਨੂੰ ਛੇਵੇਂ ਪਾਤਸ਼ਾਹ ਜੀ ਨੇ ਥੋੜ੍ਹੇ ਕੁ ਸਮੇਂ ਦੇ ਵਿੱਚ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਹੈ, ਕਈ ਗੁਣਾ ਵੱਧ ਜਿਹੜੀ ਸੈਨਾ ਆਈ ਹੈ। ਤੇ ਨਗਰ ਵਾਸੀ ਇਹ ਗੱਲ ਸੁਣ ਕੇ ਬੜੇ ਪ੍ਰਸੰਨ ਹੋਏ ਹਨ ਤੇ ਸਤਿਗੁਰੂ ਜੀ ਫਤਿਹ ਹਾਸਲ ਕਰਕੇ ਆ ਰਹੇ ਹਨ। ਇਸ ਕਰਕੇ ਵੱਡਾ ਸਵਾਗਤ ਸਤਿਗੁਰਾਂ ਦਾ ਕੀਤਾ ਜਾ ਰਿਹਾ ਹੈ। ਸਾਦਰ ਸਵਨ ਬਿਲੋਕ ਤੇ ਬੋਲਤ ਕਹਿ ਸਾਥਾ। ਤੇ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਬੜਾ ਵੱਡਾ ਆਦਰ ਮਾਣ ਸਤਿਕਾਰ ਸਤਿਗੁਰਾਂ ਦਾ ਕੀਤਾ ਗਿਆ ਹੈ ਤੇ ਨਾਲ ਨਾਲ ਸਾਰੀ ਸੈਨਾ ਵਰਖਾ ਕਰਦੀ ਹੋਈ ਚੱਲ ਰਹੀ ਹੈ। ਸਨੇ ਸਨੇ ਪਰ ਕੋ ਚਲਤ ਹਰਖਤ ਗੁਰਨਾਥਾ। ਤੇ ਸਤਿਗੁਰੂ ਜੀ ਹੌਲੀ ਹੌਲੀ ਉਹਨਾਂ ਦੇ ਨਾਲ ਬਚਨ ਵਿਲਾਸ ਕਰਦੇ ਹੋਏ ਚੱਲ ਰਹੇ ਹਨ ਤੇ ਨਗਰ ਦੇ ਵਿੱਚ ਪਾਤਸ਼ਾਹ ਜੀ ਨੇ ਪ੍ਰਵੇਸ਼ ਕੀਤਾ ਹੈ। ਵੇਤ ਮੋਦ ਕੋ ਪਰ ਜਨਨ ਬੂਝਤ ਸੁਖ ਸ਼ਾਂਤੀ। ਤੇ ਕਹਿਣ ਲੱਗੇ ਕਿ ਹੁਣ ਦੇਤ ਮੋਦਪੁਰ ਜਨਨ ਬੂਝਤ ਸੁਖ ਸ਼ਾਂਤੀ। ਸਤਿਗੁਰਾਂ ਨੇ ਸਾਰਿਆਂ ਨੂੰ ਖੁਸ਼ ਪ੍ਰਸੰਨ ਕੀਤਾ ਹੈ ਤੇ ਕਹਿਣ ਲੱਗੇ ਹੁਣ ਸਾਰਿਆਂ ਨੂੰ ਨਗਰ ਦਾ ਹਾਲ ਚਾਲ ਪਾਤਸ਼ਾਹ ਜੀ ਨੇ ਆ ਕੇ ਪੁੱਛਿਆ ਹੈ।
ਖੇਮ ਪ੍ਰਾਪਤ ਆਪਣੇ ਮਹਿਲ ਪਹੁੰਚੇ ਰਿਪ ਘਾਤੀ। ਤੇ ਇਸ ਤਰ੍ਹਾਂ ਸਤਿਗੁਰੂ ਜੀ ਕੁਝ ਸਮਾਂ ਸੰਗਤਾਂ ਦੇ ਨਾਲ ਬਚਨ ਵਿਲਾਸ ਕਰਨ ਤੋਂ ਬਾਅਦ ਜਿੱਥੇ ਪਾਤਸ਼ਾਹ ਜੀ ਦਾ ਪਰਿਵਾਰ ਟਿਕਿਆ ਹੋਇਆ ਹੈ, ਗੁਰੂ ਕੇ ਮਹਿਲ, ਗੁਰੂ ਕੇ ਪੁੱਤਰ ਔਰ ਗਾਂ ਪੋਤਰੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਵੀ ਪਹੁੰਚੇ ਹਨ। ਸ੍ਰੀ ਗ੍ਰੰਥ ਸਾਹਿਬ ਜਹਾਂ ਤੈ ਪੂਰਬ ਆਏ। ਤੇ ਪਹਿਲਾਂ ਘਰ ਵਿੱਚ ਜਾਣ ਤੋਂ ਪਹਿਲਾਂ ਇੱਕ ਗ੍ਰੰਥ ਜਿਹੜਾ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਜੀ ਆਏ ਹਨ ਤੇ ਅੱਗੇ ਅੱਗੇ ਇੱਕ ਗ੍ਰੰਥ ਜਿਹਦੇ ਵਿੱਚ ਗੁਰਬਾਣੀ ਲਿਖੀ ਹੋਈ ਹੈ। ਸਤਿਗੁਰੂ ਜੀ ਸੈਨਾ ਦੇ ਸਮੇਤ ਜਦੋਂ ਇੱਥੇ ਆਏ ਸਨ ਤੇ ਗ੍ਰੰਥ ਸਾਹਿਬਾਨ ਵੀ ਨਾਲ ਲਿਆਂਦੇ ਗਏ ਸਨ। ਇੱਕ ਧਰਮਸ਼ਾਲਾ ਤਿਆਰ ਕਰਕੇ ਸ਼੍ਰੀ ਆਦਿ ਗ੍ਰੰਥ ਸਾਹਿਬ ਉਹਦੇ 'ਚ ਸਭਾਈਮਾਨ ਕੀਤਾ ਗਿਆ ਤੇ ਸਤਿਗੁਰੂ ਜੀ ਫਿਰ ਆਪ ਅਗਾਂਹ ਕਰਤਾਰਪੁਰ ਵਾਲੇ ਪਾਸੇ ਚਲੇ ਗਏ ਸਨ। ਹੁਣ ਨਗਰ ਦੇ ਵਿੱਚ ਜਿੱਥੇ ਉਹ ਪਾਵਨ ਗ੍ਰੰਥ ਸਭਾਈਮਾਨ ਹੈ ਤੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲਾਂ ਉਸ ਪਾਵਨ ਗ੍ਰੰਥ ਦੇ ਪਾਸ ਪਹੁੰਚੇ ਹਨ। ਧਰਮ ਪ੍ਰਸਾਦ ਦਰਸ਼ਨ ਕਰਿਓ ਨਿਜ ਸੀਸ ਨਿਵਾਏ। ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ ਹੈ ਤੇ ਸਤਿਗੁਰਾਂ ਨੇ ਕੜਾ ਪ੍ਰਸ਼ਾਦ ਦੀ ਦੇਖ ਰੱਖ ਕੇ ਅਰਦਾਸ ਕੀਤੀ ਹੈ ਤੇ ਫਿਰ ਪਾਤਸ਼ਾਹ ਜੀ ਨੇ ਅੱਗੇ ਸੀਸ ਨਿਵਾਇਆ ਹੈ। ਗੁਰਬਾਣੀ ਦਾ ਸਤਿਕਾਰ, ਪਰਮੇਸ਼ਰ ਦਾ ਸ਼ੁਕਰਾਨਾ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਕਰ ਰਹੇ ਹਨ। ਸੁਨੇ ਸ਼ਬਦ ਤਵ ਪੰਚ ਤਹੈ ਤੇਰ ਕੇਤਕ ਕਾਲਾ। ਫਿਰ ਰਬਾਬੀ ਸਿੰਘਾਂ ਨੇ 5 ਕੋ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਹਨ ਤੇ ਸਾਰੀ ਸੰਗਤ ਦੇ ਸਮੇਤ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰਵਣ ਕੀਤੇ ਹਨ। ਔਰ ਜਨ ਬੈਠੇ ਸਕਲ ਗਨ ਤਿਤ ਆਨੰਦ ਵਿਸਾਲਾ। ਤੇ ਸਾਰੇ ਨਗਰ ਦੇ ਵਾਸੀ ਲੋਕ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੀ ਹੈ। ਸਤਿਗੁਰੂ ਜੀ ਵਾਪਸ ਆਏ ਹਨ, ਦਰਸ਼ਨ ਕਰ ਰਹੇ ਹਨ, ਬਾਣੀ ਸੁਣ ਰਹੇ ਹਨ, ਨਿਹਾਲ ਹੋ ਰਹੇ ਹਨ। ਬੜਾ ਵੱਡਾ ਆਨੰਦ, ਸਕੂਨ, ਸੰਗਤਾਂ ਨੂੰ ਸ਼ਾਂਤੀ ਮਿਲੀ ਹੈ। ਹੱਥ ਜੋੜ ਪੂਜਨ ਕਰੇ ਰਣ ਭਇਓ ਕਨੇਰਾ। ਤੇ ਹੱਥ ਜੋੜ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ, ਪਾਤਸ਼ਾਹ ਸੁਣਿਆ ਹੈ ਬਹੁਤ ਵੱਡਾ ਤੁਸੀਂ ਜੰਗ ਕੀਤਾ ਹੈ। ਗੁਰੂ ਸਰ ਮਹਾਰਾਜ ਮਾਲਵੇ ਦੀ ਧਰਤੀ ਤੇ ਵੱਡੀ ਗਿਣਤੀ ਦੇ ਵਿੱਚ ਸੈਨਾ ਤੁਹਾਡੇ ਤੇ ਚੜ੍ਹ ਕੇ ਆਈ ਸੀਗੀ। ਰਹੀ ਸ਼੍ਰੇ ਤਨ ਆਪਕੇ ਪ੍ਰਭ ਜੀ ਕਿਸ ਬੇਰਾ। ਤੇ ਕਹਿਣ ਲੱਗੇ ਤੁਹਾਡੇ ਸਰੀਰ ਦੀ ਤੰਦਰੁਸਤੀ ਹੈ ਔਰ ਇਹ ਪਾਤਸ਼ਾਹ ਤੁਹਾਨੂੰ ਜਿੱਤ ਪ੍ਰਾਪਤ ਹੋਈ ਹੈ। ਗਰੀਬ ਨਿਵਾਜ ਹੈ ਪਾਤਸ਼ਾਹ ਜੀ, ਤੁਹਾਡਾ ਬਹੁਤ ਵੱਡਾ ਜਸ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਹੈ। ਵਿਧੀ ਚੰਦ ਤਵ ਸਭ ਕਹੀ ਜਿਵੇਂ ਤੁਰਕ ਖਪਾਏ। ਤੇ ਫਿਰ ਬਾਬਾ ਵਿਧੀ ਚੰਦ ਜੀ ਜਿਹੜੀ ਬੇਅੰਤ ਸੰਗਤ ਇਕੱਤਰ ਹੋਈ ਬੈਠੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਬਾਬਾ ਵਿਧੀ ਚੰਦ ਜੀ ਫਿਰ ਸੰਗਤ ਦੇ ਵਿੱਚ ਖੜੇ ਹੋਏ ਹਨ ਤੇ ਇਹਨਾਂ ਨੇ ਫਿਰ ਜਿਵੇਂ ਜਿਵੇਂ ਤੁਰਕਾਂ ਦੀ ਫੌਜ ਚੜ੍ਹ ਕੇ ਆਈ ਹੈ ਤੇ ਕਿਹੜੇ ਕਿਹੜੇ ਉਹਨਾਂ ਦੇ ਜਰਨੈਲ ਸਨ ਤੇ ਕਿਹੜੇ ਕਿਹੜੇ ਸਤਿਗੁਰਾਂ ਦੇ ਜਰਨੈਲ ਸਨ ਤੇ ਕਿਵੇਂ ਕਿਵੇਂ ਜੰਗ ਲੜਿਆ, ਕਿਵੇਂ ਕਿਵੇਂ ਫਿਰ ਜੰਗ ਜਿੱਤਿਆ ਗਿਆ ਹੈ। ਬਾਬਾ ਵਿਧੀ ਚੰਦ ਜੀ ਜਰਨੈਲ ਸਨ, ਬਹਾਦਰ, ਆਪ ਜੰਗ ਦੇ ਵਿੱਚ ਲੜੇ ਹਨ ਤੇ ਕਿਵੇਂ ਫਿਰ ਛੇਵੇਂ ਪਾਤਸ਼ਾਹ ਜੀ ਨੇ ਅੱਗੇ ਹੋ ਕਰਕੇ ਜੰਗ ਕੀਤਾ, ਯੁੱਧ ਕੀਤਾ ਹੈ। ਇੱਕ ਇੱਕ ਬਚਨ ਬਾਬਾ ਵਿਧੀ ਚੰਦ ਜੀ ਨੇ ਸੰਗਤ ਦੇ ਵਿੱਚ ਖੜ ਕੇ ਸਾਰੀ ਸੰਗਤ ਨੂੰ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਢਾਡੀ ਸਿੰਘ, ਕਵੀਸ਼ਰ ਸਿੰਘ ਦੱਸਦੇ ਹਨ, ਇਸੇ ਤਰ੍ਹਾਂ ਬਾਬਾ ਵਿਧੀ ਚੰਦ ਜੀ ਨੇ ਸਾਰਾ ਹਾਲ ਜੰਗ ਦਾ ਬਿਆਨ ਕੀਤਾ ਹੈ। ਸ਼ਲਬਾ ਸਭ ਆਗਿਨਤ ਹੀ ਰਿਤ ਚੜ ਕਰ ਧਾਏ। ਕਹਿਣ ਲੱਗੇ ਜਿਸ ਤਰ੍ਹਾਂ ਦਰਿਆ ਵਹਿੰਦਾ ਹੈ ਇਸ ਤਰ੍ਹਾਂ ਵੱਡੀ ਜਿਹੜੀ ਦੁਸ਼ਮਣਾਂ ਦੀ ਦਲ ਹੈ, ਦੁਸ਼ਮਣਾਂ ਦਾ ਜਿਹੜਾ ਦਲ ਹੈ ਵੱਡੀ ਗਿਣਤੀ ਦੇ ਵਿੱਚ ਚੜ੍ਹਾਈ ਕਰਕੇ 35,000 ਦੀ ਜਿਹੜੀ ਫੌਜ ਹੈ, ਹੰਕਾਰ ਦੇ ਵਿੱਚ ਸਤਿਗੁਰਾਂ ਨੂੰ ਕੈਦ ਕਰਨ ਦੀ ਇੱਛਾ, ਸਤਿਗੁਰਾਂ ਨੂੰ ਖਤਮ ਕਰਨ ਦੀ ਇੱਛਾ ਰੱਖ ਕੇ ਬਾਦਸ਼ਾਹ ਦੀ 35,000 ਦੀ ਫੌਜ ਚੜ੍ਹ ਕੇ ਆਈ ਸੀਗੀ। ਸ੍ਰੀ ਨਾਨਕ ਕੀ ਕਿਰਪਾ ਤੇ ਜਾਣੇ ਕੁਛ ਨਾਹੀ। ਔਰ ਗੁਰੂ ਨਾਨਕ ਸਾਹਿਬ ਜੀ ਦੀ ਐਡੀ ਵੱਡੀ ਕਿਰਪਾ ਵਰਤੀ ਹੈ, 35,000 ਦੀ ਸੈਨਾ ਨੂੰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੂਰਮਿਆਂ ਨੇ ਕੁਛ ਵੀ ਨਹੀਂ ਸਮਝਿਆ ਹੈ। ਸੁਗਮ ਹਤੇਰ ਪ੍ਰਬਲ ਜੇ ਰਾਮ ਰਾਖੇ ਰਣ ਮਾਹੀ। ਤੇ ਕਹਿਣ ਲੱਗੇ ਸੌਖੇ ਜੇ ਢੰਗ ਦੇ ਨਾਲ, ਬੜੀ ਦਲੇਰੀ ਦੇ ਨਾਲ, ਬਹਾਦਰੀ ਦੇ ਨਾਲ ਗੁਰੂ ਕੇ ਪਿਆਰੇ ਸਿੱਖਾਂ ਨੇ ਤੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੇ ਹੋ ਕੇ ਮੁਕਾਬਲਾ ਕੀਤਾ
ਤੇ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਹੈ। ਫਤਿਹ ਗੁਰੂ ਕੀ ਬੜ ਪਾਈ ਜਗ ਮੈਂ ਬਿਦਤਾਈ। ਤੇ ਜਿਵੇਂ ਫਿਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਵੱਡੀ ਫਤਿਹ ਪਾਈ ਹੈ, ਛੋਟੀ ਜੀ ਫੌਜ ਦੇ ਨਾਲ, ਇਹ ਜਿਹੜੀ ਵਡਿਆਈ ਹੈ, ਇਹ ਜਿਹੜੀ ਬਹਾਦਰੀ ਹੈ, ਇਹਦੇ ਕਿੱਸੇ ਸਾਰੇ ਮਾਲਵੇ ਦੇ ਵਿੱਚ ਤੇ ਆਸ-ਪਾਸ ਰਾਜਾਂ ਭਾਗਾਂ ਦੇ ਵਿੱਚ ਫੈਲ ਗਏ। ਛੇਵੇਂ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਹੋਈ ਹੈ। ਕੋ ਨਾ ਹਰੈ ਅਰ ਗਨ ਮਾਰੈ ਫਿਰੈ ਨਾ ਸਮਹਾਈ। ਕਹਿਣ ਲੱਗੇ ਕੋਈ ਵੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਅੜਿਆ ਨਹੀਂ ਹੈ। ਜਿਹੜਾ ਵੀ ਆਇਆ ਸਤਿਗੁਰਾਂ ਨੇ ਧਰਤੀ ਤੇ ਵਿਛਾ ਦਿੱਤਾ, ਡੇਗ ਦਿੱਤਾ। ਕਹਿਣ ਲੱਗੇ ਵੱਡੇ ਵੱਡੇ ਸੂਰਮੇ ਤਜਰਬੇਕਾਰ ਯੋਧੇ ਸਤਿਗੁਰਾਂ ਦੇ ਸਾਹਮਣੇ ਆਏ। ਕੋ ਨਾ ਅਰੇ ਅਰ ਗਨ ਮਰੇ, ਬੇਗਿਣਤ ਸਤਿਗੁਰਾਂ ਨੇ ਖਤਮ ਕਰ ਦਿੱਤੇ ਗੁਰੂ ਕੇ ਯੋਧਿਆਂ ਨੇ। ਥਿਰੇ ਨਾ ਸਮਹਾਈ, ਵੱਡੇ ਵੱਡੇ ਦਲ ਜਿਹੜੇ ਸਨ ਇਕੱਠੇ ਹੋ ਕੇ ਪਏ, ਉਹ ਵੀ ਬਹੁਤਾ ਸਮਾਂ ਟਿਕ ਨਹੀਂ ਸਕੇ। ਦਲ ਭੰਜਨ ਗੁਰ ਸੂਰਮਾ, ਕਿਉਂਕਿ ਗੁਰੂ ਦਲਾਂ ਨੂੰ ਖਤਮ ਕਰਨ ਵਾਲਾ ਹੈ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਵੱਡੇ ਵੱਡੇ ਦਲ ਵੀ ਨਹੀਂ ਟਿਕ ਸਕੇ ਹਨ। ਭਾ ਅਚਰਜ ਸੁਨ ਸਭਨ ਕੇ ਕੰਪਿਓ ਤਬ ਸਾਹੂ। ਕਹਿਣ ਲੱਗੇ ਇਹ ਅਚਰਜ ਬਹੁਤ ਵੱਡਾ ਜਿਹੜਾ ਜੰਗ ਉਹ ਮਚਿਆ ਹੈ। ਭਾ ਅਚਰਜ ਸੁਨ ਸਭਨ ਕੇ ਕੰਪਿਓ ਤਬ ਸਾਹੂ। ਕਹਿਣ ਲੱਗੇ ਐਡਾ ਅਚਰਜ, ਛੋਟੀ ਜੀ ਸੈਨਾ ਦੇ ਨਾਲ ਏਡੇ ਵੱਡੇ ਦਲ ਨੂੰ ਖਪਾ ਦੇਣਾ, ਖਤਮ ਕਰ ਦੇਣਾ, ਇਹ ਬਹੁਤ ਵੱਡੀ ਗੱਲ ਹੈ। ਇਹ ਗੱਲ ਸੁਣ ਕੇ ਤਾਂ ਬਾਦਸ਼ਾਹ ਵੀ ਕੰਬ ਗਿਆ ਸੀਗਾ। ਮੇਰੋ ਤਖਤ ਨਾਸ਼ੀਨ ਤੇ ਤਰਾਸਿਓ ਮਨ ਮਾਹੂ। ਤੇ ਉਹਦੇ ਮਨ ਦੇ ਵਿੱਚ ਵੀ ਭੈ ਆ ਗਿਆ, ਏਡੀ ਵੱਡੀ ਸੈਨਾ ਹੈ, ਕਿਤੇ ਮੇਰਾ ਵੀ ਜਿਹੜਾ ਤਖਤ ਹੈ ਇਹ ਖੋਇਆ ਨਾ ਜਾਵੇ। ਕਾਬਲ ਬਲਖ ਬੁਖਾਰ ਲਓ ਬੜ ਧਾਕ ਉਠਾਈ। ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਾਬਲ ਤੇ ਬਲਕ ਬੁਖਾਰਾ ਤੱਕ, ਦੂਰ ਤੱਕ, ਕਈ ਰਿਆਸਤਾਂ, ਕਈ ਦੇਸ਼ਾਂ ਤੱਕ ਸਤਿਗੁਰਾਂ ਦੀ ਧਾਕ ਪੈ ਗਈ ਹੈ। ਕਹਿਣ ਤੋਂ ਭਾਵ ਸਤਿਗੁਰਾਂ ਨੇ ਜਿਸ ਬਹਾਦਰੀ ਦੇ ਨਾਲ ਜੰਗ ਕੀਤਾ ਹੈ, ਭਾਵੇਂ ਦੁਸ਼ਮਣ ਕਹਿ ਰਿਹਾ ਸੀਗਾ ਇਹਨਾਂ ਕੋਲ ਤਜਰਬਾ ਨਹੀਂ ਹੈ, ਪਰ ਜਿਹੜੇ ਢੰਗ ਦੇ ਨਾਲ ਸਤਿਗੁਰਾਂ ਨੇ ਜੰਗ ਕੀਤਾ, ਇਸ ਤਰ੍ਹਾਂ ਦੀ ਥੋੜ੍ਹੀ ਫੌਜ ਨੇ ਕਦੇ ਇੰਨੇ ਵੱਡੇ ਦਲ ਦੇ ਨਾਲ ਜੰਗ ਜਿੱਤਿਆ ਨਹੀਂ ਹੈ। ਇਸ ਕਰਕੇ ਸਤਿਗੁਰਾਂ ਦੀ ਵੱਡੀ ਵਡਿਆਈ ਦੂਰ ਤੱਕ ਹੋ ਰਹੀ ਹੈ। ਪਤ ਸ਼ਾਹਤ ਗਰਦਸ਼ ਕਰੀ ਗੁਰ ਧੂਮ ਮਚਾਈ। ਤੇ ਕਹਿਣ ਲੱਗੇ ਕਿ ਹੁਣ ਸਾਰੇ ਲੋਕ, ਦੁਸ਼ਮਣ, ਆਸ-ਪਾਸ ਦੇ ਰਿਆਸਤਾਂ ਦੇ ਰਾਜੇ ਸਾਰੇ ਹੈਰਾਨ ਰਹਿ ਗਏ ਹਨ। ਗੁਰ ਧੂਮ ਮਚਾਈ, ਗੁਰੂ ਕੀ ਸੈਨਾ ਦੀ ਜਿਹੜੀ ਸੋਭਾ ਹੋਈ ਹੈ, ਵਡਿਆਈ ਹੋਈ ਹੈ, ਜਿਸ ਢੰਗ ਦੇ ਨਾਲ ਜੰਗ ਕੀਤਾ ਹੈ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਇਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਬਾਬਾ ਬੇਦੀ ਚੰਦ ਜੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਜੰਗ ਦਾ ਕੁਝ ਜਿਹੜੇ ਦ੍ਰਿਸ਼ ਸਨ, ਹਾਲ ਚਾਲ ਹੈ, ਸੰਗਤ ਨੂੰ ਦੱਸਿਆ ਹੈ। ਸਾਰੇ ਸੁਣ ਕੇ ਪ੍ਰਸੰਨ ਹੋਏ ਹਨ। ਛੇਵੇਂ ਪਾਤਸ਼ਾਹ ਜੀ ਦੀ ਉਸਤਤ ਹੋਈ ਹੈ। ਗਰੀਬ ਨਿਵਾਜ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਮਾਲਵੇ ਤੋਂ ਚੱਲ ਕੇ ਮਾਝੇ ਦੇ ਵਿੱਚ ਪਹੁੰਚੇ ਹਨ। ਅਗਲੇ ਦਾ ਇਤਿਹਾਸ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ ਧੰਨਵਾਦ। ਕਥਾ ਵਿਚਾਰਾਂ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਆਓ ਕੁਝ ਕੁ ਸਮੇਂ ਵਾਸਤੇ ਸਾਰੀ ਸੰਗਤ ਸਰਬੱਤ ਦੇ ਭਲੇ ਵਾਸਤੇ, ਸਾਰੇ ਜਗਤ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀ ਵਾਸਤੇ ਅਸੀਂ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਭਾਵਨਾ ਸਹਿਤ ਕੁਝ ਕੁ ਪਲ ਆਓ ਸਾਰੀ ਸੰਗਤ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।